ਮੇਰਾ ਨਾਮ ਸਵਾਤੀ ਹੈ। ਮੈਂ ਅਮਰੀਕਾ ਵਿੱਚ ਰਹਿੰਦੀ ਹਾਂ। ਕੁਝ ਟਾਈਮ ਪਹਿਲਾਂ ਮੇਰੇ ਕੋਲ ਮੇਰੇ ਭਰਾ ਦੇ ਵਿਆਹ ਦਾ ਇਨਵੀਟੇਸ਼ਨ ਕਾਰਡ ਆਇਆ ਸੀ। ਮੇਰੇ ਵਿਆਹ ਨੂੰ 10 ਸਾਲ ਹੋ ਚੁੱਕੇ ਆ। ਮੇਰਾ ਬੇਟਾ 7 ਸਾਲ ਦਾ ਅਤੇ ਬੇਟੀ 5 ਸਾਲ ਦੀ। ਮੈਂ ਆਪਣੇ ਪਤੀ ਨਾਲ ਇੱਥੇ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਰਹੀ ਹਾਂ। ਮੇਰੇ ਪੇਰੈਂਟਸ ਨੇ ਜਦੋਂ ਮੇਰਾ ਵਿਆਹ ਕੀਤਾ ਸੀ ਤਾਂ ਅਸੀਂ ਇੰਡੀਆ ਵਿੱਚ ਰਹਿੰਦੇ ਸੀ। ਮੈਂ ਅਤੇ ਮੇਰਾ ਪਤੀ ਵਿਆਹ ਤੋਂ ਕਾਫੀ ਟਾਈਮ ਬਾਅਦ ਇੰਡੀਆ ਵਿੱਚ ਹੀ ਰਹਿੰਦੇ ਸੀ। ਫਿਰ ਮੇਰੇ ਪਤੀ ਦੀ ਜੌਬ ਅਮਰੀਕਾ ਵਿੱਚ ਪੱਕੀ ਹੋ ਗਈ। ਫਿਰ ਅਸੀਂ ਅਮਰੀਕਾ ਵਿੱਚ ਸ਼ਿਫਟ ਹੋ ਗਏ। ਅਸੀਂ 2 ਭੈਣਾਂ ਸੀ ਅਤੇ ਸਾਡੇ ਇੱਕ ਭਰਾ ਸੀ। ਉਸ ਵਕਤ ਮੇਰਾ ਭਰਾ ਬਹੁਤ ਛੋਟਾ ਹੁੰਦਾ ਸੀ ਜਦੋਂ ਸਾਡਾ ਦੋਹਾਂ ਭੈਣਾਂ ਦਾ ਵਿਆਹ ਹੋਇਆ ਸੀ। ਹੁਣ ਉਸ ਦੀ ਵਿਆਹ ਦੀ ਉਮਰ ਹੋ ਗਈ। ਜਦੋਂ ਦੀ ਮੈਂ ਅਮਰੀਕਾ ਆਈ ਸੀ ਮੇਰੀ ਆਪਣੇ ਪੇਰੈਂਟਸ ਨਾਲ ਘੱਟ ਹੀ ਗੱਲ ਹੁੰਦੀ ਸੀ। ਮੇਰੇ ਅਮਰੀਕਾ ਆਉਣ ਤੋਂ ਬਾਅਦ 4 ਸਾਲ ਬਾਅਦ ਮੇਰੀ ਮਾਂ ਦੀ ਮੌਤ ਹੋ ਗਈ ਅਤੇ 2 ਸਾਲ ਬਾਅਦ ਮੇਰੇ ਪਾਪਾ ਵੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ। ਮੇਰੀ ਦੀਦੀ ਦਾ ਵਿਆਹ ਤਾਂ ਉਸੇ ਸ਼ਹਿਰ ਵਿੱਚ ਹੀ ਹੋਇਆ ਸੀ ਜਿਸ ਸ਼ਹਿਰ ਵਿੱਚ ਮੇਰੇ ਪੇਕੇ ਸੀ। ਇਸ ਲਈ ਦੀਦੀ ਜਲਦੀ ਮੰਮੀ ਪਾਪਾ ਦੇ ਘਰ ਆਉਂਦੀ ਜਾਂਦੀ ਰਹਿੰਦੀ ਸੀ। ਦੀਦੀ ਦੀ ਇੱਕ ਪਿਆਰੀ ਜੀ ਬੇਟੀ ਸੀ। ਦੀਦੀ ਨੇ ਬੜੇ ਪਿਆਰ ਅਤੇ ਚਾਅ ਨਾਲ ਉਸ ਦਾ ਨਾਮ ਖੁਸ਼ੀ ਰੱਖਿਆ ਸੀ। ਮੇਰੇ ਭਰਾ ਨੇ ਮੈਨੂੰ ਇਨਵੀਟੇਸ਼ਨ ਕਾਰਡ ਮੇਲ ਕਰ ਦਿੱਤਾ ਸੀ। ਮੈਂ ਬਹੁਤ ਐਕਸਾਈਟਡ ਸੀ ਕਿਉਂਕਿ ਮੈਨੂੰ ਇੰਡੀਆ ਤੋਂ ਗਏ ਹੋਏ 10 ਸਾਲ ਹੋ ਗਏ ਸੀ। ਮੇਰੇ ਬੱਚਿਆਂ ਨੇ ਤਾਂ ਇੰਡੀਆ ਦੇਖਿਆ ਵੀ ਨਹੀਂ ਸੀ। ਉਹ ਤਾਂ ਆਪਣੇ ਜ਼ਿਆਦਾ ਰਿਸ਼ਤੇਦਾਰਾਂ ਨੂੰ ਜਾਣਦੇ ਵੀ ਨਹੀਂ ਸੀ। ਹੁਣ ਉਹਨਾਂ ਦੇ ਮਾਮੇ ਦਾ ਵਿਆਹ ਸੀ ਅਤੇ ਸਾਡਾ ਜਾਣਾ ਬਹੁਤ ਜ਼ਰੂਰੀ ਸੀ, ਪਰ ਮੇਰੇ ਪਤੀ ਅਜੇ ਵੀ ਸਾਡੇ ਨਾਲ ਨਹੀਂ ਜਾ ਸਕਦੇ ਸੀ। ਉਹਨਾਂ ਨੇ ਕਿਹਾ ਮੈਨੂੰ ਬਹੁਤ ਇੰਪੋਰਟੈਂਟ ਕੰਮ ਆ। ਜੇ ਅਸੀਂ ਇੰਡੀਆ ਜਾਵਾਂਗੇ ਤਾਂ ਸਾਨੂੰ ਬਹੁਤ ਟਾਈਮ ਲੱਗ ਜਾਵੇਗਾ। ਇਸ ਲਈ ਮੇਰੇ ਪਤੀ ਨੇ ਕਿਹਾ ਕਿ ਜੇ ਮੈਂ ਫ੍ਰੀ ਹੋਵਾਂਗਾ ਤਾਂ ਆ ਜਾਵਾਂਗਾ, ਜੇ ਫ੍ਰੀ ਨਾ ਹੋਇਆ ਤਾਂ ਨਹੀਂ ਆ ਸਕਦਾ। ਵੈਸੇ ਤਾਂ ਮੇਰੇ ਪਤੀ ਨੇ ਸਾਡੇ ਨਾਲ ਹੀ ਆਪਣੀ ਟਿਕਟ ਕਰਵਾ ਲਈ ਸੀ, ਪਰ ਐਮਰਜੈਂਸੀ ਕਰਕੇ ਉਹ ਸਾਡੇ ਨਾਲ ਨਹੀਂ ਆ ਸਕੇ। ਮੈਂ ਅਤੇ ਮੇਰੇ ਬੱਚੇ ਬਹੁਤ ਖੁਸ਼ ਸੀ। ਅਸੀਂ ਬਹੁਤ ਟਾਈਮ ਬਾਅਦ ਇੰਡੀਆ ਆ ਰਹੇ ਸੀ ਅਤੇ ਆਪਣਿਆਂ ਨੂੰ ਮਿਲਣ ਵਾਲੇ ਸੀ। ਕਾਫੀ ਟਾਈਮ ਹੋਇਆ ਦੀਦੀ ਨਾਲ ਮੇਰੀ ਗੱਲ ਨਹੀਂ ਹੋਈ ਸੀ। ਭਰਾ ਨਾਲ ਮੇਰੀ ਗੱਲ ਕਦੇ-ਕਦੇ ਹੋ ਜਾਂਦੀ ਸੀ। ਉਹ ਜ਼ਿਆਦਾਤਰ ਆਪਣੇ ਕੰਮ ਵਿੱਚ ਬਿਜ਼ੀ ਹੁੰਦਾ ਸੀ, ਪਰ ਜਦੋਂ ਵੀ ਉਹ ਫ੍ਰੀ ਹੁੰਦਾ ਮੈਨੂੰ ਕਾਲ ਜਾਂ ਵੀਡੀਓ ਕਾਲ ਕਰ ਲੈਂਦਾ ਸੀ। ਮੈਂ ਦੀਦੀ ਅਤੇ ਆਪਣੇ ਭਰਾ ਨੂੰ ਅਮਰੀਕਾ ਆਉਣ ਲਈ ਕਈ ਵਾਰ ਇਨਵਾਈਟ ਕੀਤਾ, ਪਰ ਉਹ ਅਮਰੀਕਾ ਨਹੀਂ ਆਏ। ਫਿਰ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਇੰਡੀਆ ਆ ਗਈ। 10 ਸਾਲ ਬਾਅਦ ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ ਉਵੇਂ ਦੀ ਉਵੇਂ ਸੀ, ਜਦ ਕਿ ਬਹੁਤ ਕੁਝ ਵਕਤ ਅਤੇ ਹਾਲਾਤ ਨਾਲ ਬਦਲ ਚੁੱਕਿਆ ਸੀ। ਸਭ ਕੁਝ ਦੇਖਣ 'ਚ ਨਵਾਂ-ਨਵਾਂ ਲੱਗ ਰਿਹਾ ਸੀ। ਮੇਰੇ ਭਰਾ ਦੀ ਅੱਜ ਹਲਦੀ ਸੀ। ਬਹੁਤ ਖੁਸ਼ ਲੱਗ ਰਿਹਾ ਸੀ ਕਿਉਂਕਿ ਉਸ ਦਾ ਵਿਆਹ ਉਸ ਦੀ ਪਸੰਦ ਦੀ ਕੁੜੀ ਨਾਲ ਹੋ ਰਿਹਾ ਸੀ। ਇੱਥੇ ਆਉਣ ਤੋਂ ਬਾਅਦ ਜਦੋਂ ਮੈਂ ਖਾਣਾ ਖਾਧਾ ਤਾਂ ਮੈਨੂੰ ਬਚਪਨ ਦੀ ਯਾਦ ਆ ਗਈ। ਵੈਸੇ ਤਾਂ ਇੰਡੀਅਨ ਖਾਣਾ ਮੈਂ ਅਮਰੀਕਾ ਵਿੱਚ ਵੀ ਬਣਾ ਲੈਂਦੀ ਸੀ, ਪਰ ਇੱਥੋਂ ਦੇ ਖਾਣੇ ਦੀ ਗੱਲ ਹੀ ਅਲੱਗ ਆ। ਮੇਰੇ ਬੱਚੇ ਵੀ ਬਹੁਤ ਖੁਸ਼। ਉਹਨਾਂ ਲਈ ਸਭ ਕੁਝ ਨਵਾਂ-ਨਵਾਂ ਸੀ। ਉਹਨਾਂ ਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਅਲੱਗ ਹੀ ਦੁਨੀਆ ਵਿੱਚ ਆ ਗਏ ਆ, ਕਿਉਂਕਿ ਆਪਣੇ ਦੇਸ਼ ਅਤੇ ਵਿਦੇਸ਼ ਦੀ ਜ਼ਿੰਦਗੀ 'ਚ ਬਹੁਤ ਫਰਕ ਆ। ਹਲਦੀ ਦਾ ਫੰਕਸ਼ਨ ਨਿਬੜ ਚੁੱਕਿਆ ਸੀ। ਫਾਈਨਲੀ ਬਰਾਤ ਵਾਲਾ ਦਿਨ ਆ ਗਿਆ। ਮੈਂ ਅਜਿਹੇ ਇਨਸਾਨ ਦੀ ਉਡੀਕ ਕਰ ਰਹੀ ਸੀ ਜਿਸ ਨੂੰ ਮਿਲਣ ਦੇ ਲਈ ਮੈਂ ਬੇਚੈਨ ਸੀ, ਜਿਸ ਨੂੰ ਦੇਖਣ ਦੇ ਲਈ ਮੇਰੀਆਂ ਅੱਖਾਂ ਤਰਸ ਗਈਆਂ ਸੀ। ਉਹ ਸੀ ਮੇਰੀ ਦੀਦੀ ਦੀ ਬੇਟੀ ਖੁਸ਼ੀ। ਮੇਰੀ ਦੀਦੀ ਨੇ ਬਚਪਨ ਵਿੱਚ ਮੇਰਾ ਬਹੁਤ ਖਿਆਲ ਰੱਖਿਆ ਸੀ। ਅਸੀਂ ਦੋਨੋਂ ਭੈਣਾਂ ਕਦੇ ਵੀ ਨਹੀਂ ਲੜੀਆਂ ਸੀ। ਅਸੀਂ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੀਆਂ। ਜਦੋਂ ਮੇਰੀ ਭੈਣ ਦਾ ਵਿਆਹ ਹੋ ਗਿਆ ਤਾਂ ਮੈਂ ਉਸ ਦੇ ਸਹੁਰੇ ਘਰ ਜਲਦੀ ਜਾਂਦੀ ਰਹਿੰਦੀ ਸੀ। ਪਾਪਾ ਨੇ ਦੀਦੀ ਦਾ ਵਿਆਹ ਬਹੁਤ ਅਮੀਰ ਘਰੇ ਕੀਤਾ ਸੀ। ਦੀਦੀ ਦਾ ਪਤੀ ਬਹੁਤ ਚੰਗਾ ਸੀ। ਦੀਦੀ ਨੇ ਆਪਣੇ ਵਿਆਹ ਤੋਂ 3 ਮਹੀਨੇ ਬਾਅਦ ਹੀ ਮਾਂ ਬਣਨ ਵਾਲੀ ਖੁਸ਼ਖਬਰੀ ਸੁਣਾਈ ਸੀ, ਜਾਂ ਸਭ ਕੁਝ ਬਹੁਤ ਖੁਸ਼ ਹੋ ਗਏ। 9 ਮਹੀਨਿਆਂ ਬਾਅਦ ਦੀਦੀ ਨੇ ਪਿਆਰੀ ਜੀ ਬੇਟੀ ਨੂੰ ਜਨਮ ਦਿੱਤਾ ਜਿਸ ਦਾ ਨਾਮ ਖੁਸ਼ੀ ਸੀ। ਖੁਸ਼ੀ ਮੇਰੀ ਭਾਣਜੀ ਸੀ। ਭਾਣਜੀ ਤਾਂ ਵੈਸੇ ਵੀ ਮਾਸੀ ਦੀ ਜਾਨ ਹੁੰਦੀ ਆ। ਬਚਪਨ ਤੋਂ ਲੈ ਕੇ 6 ਸਾਲ ਤੱਕ ਉਸ ਨੂੰ ਮੈਂ ਆਪਣੀ ਗੋਦ ਵਿੱਚ ਚੁੱਕਿਆ। ਫਿਰ ਮੇਰਾ ਵਿਆਹ ਹੋ ਗਿਆ। ਮੈਂ ਇਹਨਾਂ ਸਭ ਤੋਂ ਦੂਰ ਹੋ ਗਈ। ਮੇਰੀ ਭਾਣਜੀ 9 ਸਾਲ ਦੀ ਸੀ ਜਦੋਂ ਮੇਰੀ ਦੀਦੀ ਇਸ ਦੁਨੀਆ ਤੋਂ ਚਲੀ ਗਈ, ਕਿਉਂਕਿ ਉਸ ਦੀ ਤਬੀਅਤ ਬਹੁਤ ਖਰਾਬ ਹੋ ਗਈ ਸੀ। ਦੱਸਿਆ ਗਿਆ ਸੀ ਕਿ ਦੀਦੀ ਦੇ ਦਿਮਾਗ ਦੀ ਨਾੜੀ ਫਟ ਗਈ, ਜਿਸ ਦੀ ਵਜ੍ਹਾ ਕਰਕੇ ਦੀਦੀ ਦੀ ਮੌਤ ਹੋ ਗਈ। ਮੈਂ ਉਸ ਵਕਤ ਅਮਰੀਕਾ ਵਿੱਚ ਸੀ ਅਤੇ ਮੇਰੀ ਛੋਟੀ ਬੇਟੀ ਮੇਰੇ ਪੇਟ 'ਚ, ਇਸ ਲਈ ਮੈਂ ਇੰਡੀਆ ਨਹੀਂ ਆ ਸਕੀ। ਮੈਂ ਆਪਣੀ ਦੀਦੀ ਦੇ ਅੰਤਿਮ ਦਰਸ਼ਨ ਵੀ ਨਹੀਂ ਕਰ ਸਕੀ। ਪਰ ਮੇਰੇ ਜੀਜਾ ਜੀ ਬਹੁਤ ਚੰਗੇ ਸੀ। ਉਹ ਜਿੰਨਾ ਪਿਆਰ ਮੇਰੀ ਦੀਦੀ ਨੂੰ ਕਰਦੇ ਉਸ ਤੋਂ ਦੁੱਗਣਾ ਪਿਆਰ ਆਪਣੀ ਬੇਟੀ ਨੂੰ ਕਰਦੇ ਸੀ।
ਮੈਨੂੰ ਖੁਸ਼ੀ ਦੀ ਬਹੁਤ ਚਿੰਤਾ ਸੀ ਕਿ ਉਹ ਵਿਚਾਰੀ ਬਿਨਾਂ ਮਾਂ ਤੋਂ ਜ਼ਿੰਦਗੀ ਕਿਵੇਂ ਗੁਜ਼ਾਰੇਗੀ, ਪਰ ਮੈਨੂੰ ਇਸ ਗੱਲ ਦੀ ਤਸੱਲੀ ਸੀ ਕਿ ਜੀਜਾ ਜੀ ਉਸ ਨੂੰ ਬਹੁਤ ਪਿਆਰ ਕਰਦੇ ਆ ਅਤੇ ਉਸ ਨੂੰ ਖੁਸ਼ ਰੱਖਣਗੇ ਅਤੇ ਉਸ ਨੂੰ ਸਾਰੀ ਉਮਰ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦੇਣਗੇ। ਦੀਦੀ ਦੀ ਮੌਤ ਤੋਂ ਥੋੜ੍ਹੇ ਸਮੇਂ ਬਾਅਦ ਮੈਂ ਆਪਣੀ ਬੇਟੀ ਨੂੰ ਜਨਮ ਦਿੱਤਾ। ਉਸ ਤੋਂ ਬਾਅਦ ਮੈਨੂੰ ਕਦੇ ਵੀ ਟਾਈਮ ਨਹੀਂ ਮਿਲਿਆ ਕਿ ਮੈਂ ਜੀਜਾ ਜੀ ਨਾਲ ਗੱਲ ਕਰਾਂ ਅਤੇ ਖੁਸ਼ੀ ਬਾਰੇ ਪੁੱਛਾਂ, ਅਤੇ ਨਾ ਹੀ ਮੇਰੇ ਭਰਾ ਨੇ ਖੁਸ਼ੀ ਬਾਰੇ ਕੁਝ ਦੱਸਿਆ ਸੀ। ਹਲਦੀ ਦਾ ਪੂਰਾ ਫੰਕਸ਼ਨ ਨਿਬੜ ਚੁੱਕਿਆ ਸੀ, ਪਰ ਖੁਸ਼ੀ ਮੈਨੂੰ ਕਿਤੇ ਵੀ ਨਜ਼ਰ ਨਹੀਂ ਆਈ। ਅਜਿਹਾ ਨਹੀਂ ਸੀ ਕਿ ਮੈਂ ਖੁਸ਼ੀ ਨੂੰ ਕਦੇ ਦੇਖਿਆ ਨਹੀਂ ਸੀ। ਇੱਕ ਦੋ ਵਾਰ ਮੇਰੇ ਭਰਾ ਨੇ ਉਸ ਦੀ ਫੋਟੋ ਸੈਂਡ ਕੀਤੀ, ਪਰ ਹੁਣ ਵਿਆਹ ਵਿੱਚ ਮੈਨੂੰ ਨਜ਼ਰ ਨਹੀਂ ਆ ਰਹੀ ਸੀ। ਉਸ ਦੀ ਉਮਰ ਲਗਭਗ 19 ਸਾਲ ਹੋਵੇਗੀ ਅਤੇ ਉਹ ਜਵਾਨ ਹੋ ਕੇ ਬਿਲਕੁਲ ਮੇਰੀ ਦੀਦੀ ਦੀ ਤਰ੍ਹਾਂ ਲੱਗ ਰਹੀ ਹੋਵੇਗੀ। ਮੈਂ ਉਸ ਨੂੰ ਦੇਖਣ ਦੇ ਲਈ ਬੇਚੈਨ ਹੋ ਰਹੀ ਸੀ, ਪਰ ਪਤਾ ਨਹੀਂ ਕਿਉਂ ਉਹ ਆਈ ਹੀ ਨਹੀਂ। ਜਦੋਂ ਬਰਾਤ ਤੁਰਨ ਦਾ ਟਾਈਮ ਹੋਇਆ ਤਾਂ ਮੈਂ ਆਪਣੇ ਭਰਾ ਨੂੰ ਸਵਾਲ ਕੀਤਾ ਕਿ ਤੂੰ ਦੀਦੀ ਦੇ ਘਰ ਇਨਵੀਟੇਸ਼ਨ ਕਾਰਡ ਦਿੱਤਾ ਕਿ ਨਹੀਂ। ਨਾ ਤਾਂ ਮੈਨੂੰ ਜੀਜਾ ਜੀ ਦਿਖਾਈ ਦੇ ਰਹੇ ਆ ਅਤੇ ਨਾ ਹੀ ਖੁਸ਼ੀ। ਮੇਰੀ ਗੱਲ ਸੁਣ ਕੇ ਮੇਰੇ ਭਰਾ ਦੇ ਰੰਗ ਉੱਡ ਗਏ। ਮੈਂ ਉਸ ਨੂੰ ਕਿਹਾ ਮੈਨੂੰ ਜਵਾਬ ਦੇ, ਪਰ ਉਸ ਨੇ ਮੇਰੀ ਗੱਲ ਨੂੰ ਇਗਨੋਰ ਕਰਕੇ ਆਪਣੇ ਦੋਸਤਾਂ ਨਾਲ ਗੱਲ ਕਰਨ ਲੱਗ ਗਿਆ ਅਤੇ ਕਹਿਣ ਲੱਗਿਆ ਕਿ ਦੀਦੀ ਜਲਦੀ ਕਰੋ, ਬਰਾਤ ਨਿਕਲਣ ਵਿੱਚ ਦੇਰ ਹੋ ਰਹੀ ਆ। ਮੈਨੂੰ ਲੱਗ ਰਿਹਾ ਸੀ ਕਿ ਮੇਰਾ ਭਰਾ ਮੈਨੂੰ ਇਗਨੋਰ ਕਰ ਰਿਹਾ। ਜਿਵੇਂ ਕਿਵੇਂ ਕਰਕੇ ਮੇਰੇ ਭਰਾ ਦਾ ਵਿਆਹ ਹੋ ਗਿਆ, ਪਰ ਖੁਸ਼ੀ ਅਤੇ ਉਸ ਦੇ ਪਾਪਾ ਵਿਆਹ 'ਤੇ ਨਹੀਂ ਆਈ। ਮੈਨੂੰ ਆਪਣੀ ਦੀਦੀ ਦੇ ਘਰ ਦਾ ਐਡਰੈਸ ਤਾਂ ਪਤਾ ਸੀ, ਪਰ ਇੰਨੇ ਸਮੇਂ ਬਾਅਦ ਮੈਨੂੰ ਰਸਤਾ ਚੰਗੀ ਤਰ੍ਹਾਂ ਯਾਦ ਨਹੀਂ ਸੀ। ਫਿਰ ਮੈਂ ਆਪਣੇ ਬੱਚਿਆਂ ਨੂੰ ਉਹਨਾਂ ਦੇ ਮਾਮੇ ਦੇ ਘਰ ਛੱਡ ਦਿੱਤਾ ਅਤੇ ਆਪਣੀ ਨੌਕਰਾਣੀ ਨਾਲ ਦੀਦੀ ਦੇ ਘਰ ਚਲੀ ਗਈ। ਉਹ ਸਾਡੀ ਪੁਰਾਣੀ ਨੌਕਰਾਣੀ ਸੀ ਅਤੇ ਉਹ ਦੀਦੀ ਦੇ ਘਰ ਦਾ ਰਸਤਾ ਜਾਣਦੀ ਸੀ। ਜਦੋਂ ਮੈਂ ਨੌਕਰਾਣੀ ਨਾਲ ਦੀਦੀ ਦੇ ਘਰ ਪਹੁੰਚੀ ਤਾਂ ਮੈਂ ਹੈਰਾਨ ਰਹਿ ਗਈ। ਦੀਦੀ ਦੇ ਘਰ ਦੇ ਬਾਹਰ ਬਹੁਤ ਭੀੜ ਭੜੱਕਾ ਸੀ। ਆਖਰ ਇਹ ਭੀੜ ਭੜੱਕਾ ਕਿਉਂ ਸੀ? ਮੈਂ ਨੌਕਰਾਣੀ ਨੂੰ ਕਿਹਾ ਤੂੰ ਇੱਥੇ ਰੁਕ, ਮੈਂ ਅੰਦਰ ਜਾ ਕੇ ਦੇਖਦੀ ਹਾਂ। ਜਦੋਂ ਮੈਂ ਅੰਦਰ ਜਾ ਕੇ ਦੇਖਿਆ ਤਾਂ ਬਹੁਤ ਸਾਰੇ ਲੋਕ ਰੋ ਪਿੱਟ ਰਹੇ ਸੀ। ਕੁਝ ਲੋਕ ਇੱਕ ਸਾਈਡ 'ਤੇ ਬੈਠੇ ਰੋ ਰਹੇ ਸੀ। ਸਾਹਮਣੇ ਇੱਕ ਅਰਥੀ ਰੱਖੀ ਹੋਈ ਸੀ। ਇਹ ਅਰਥੀ ਪਤਾ ਨਹੀਂ ਕਿਸ ਦੀ ਸੀ। ਕੁਝ ਟਾਈਮ ਮੈਂ ਉੱਥੇ ਰੁਕੀ ਤਾਂ ਮੈਨੂੰ ਲੋਕਾਂ ਦੀਆਂ ਗੱਲਾਂ ਸੁਣਾਈ ਦਿੱਤੀਆਂ। ਲੋਕ ਕਹਿ ਰਹੇ ਸੀ ਵਿਚਾਰੀ ਖੁਸ਼ੀ ਨੂੰ ਕਿਸੇ ਨੇ ਮਾਰ ਦਿੱਤਾ। ਪਤਾ ਨਹੀਂ ਉਸ ਨੂੰ ਬੇਰਹਿਮੀ ਨਾਲ ਕਿਸ ਨੇ ਮਾਰਿਆ। ਅਜੇ 3 ਮਹੀਨੇ ਪਹਿਲਾਂ ਤਾਂ ਉਸ ਦੇ ਪਾਪਾ ਦੀ ਮੌਤ ਹੋ ਗਈ ਆ ਅਤੇ ਹੁਣ ਉਹ ਵਿਚਾਰੀ ਵੀ ਦੁਨੀਆ ਨੂੰ ਛੱਡ ਕੇ ਚਲੀ ਗਈ। ਇਹ ਗੱਲ ਸੁਣ ਕੇ ਮੇਰੇ ਕੰਨ ਖੜੇ ਹੋ ਗਏ। ਕੀ ਇਹ ਸੱਚ ਸੀ? ਮੇਰੀ ਭਾਣਜੀ ਇਸ ਦੁਨੀਆ ਤੋਂ ਜਾ ਚੁੱਕੀ ਸੀ। ਜੋ ਅਰਥੀ ਸਾਹਮਣੇ ਰੱਖੀ ਹੋਈ ਸੀ, ਕੀ ਉਹ ਮੇਰੀ ਭਾਣਜੀ ਦੀ ਸੀ? ਨਹੀਂ, ਅਜਿਹਾ ਨਹੀਂ ਹੋ ਸਕਦਾ। ਮੈਂ ਤਾਂ ਉਸ ਨੂੰ ਮਿਲਣ ਦੇ ਲਈ ਆਈ ਸੀ। ਮੈਂ ਤਾਂ ਉਸ ਨੂੰ ਮਿਲਣ ਦੇ ਲਈ ਬੇਚੈਨ ਹੋ ਰਹੀ ਸੀ ਅਤੇ ਮੈਂ ਇਹ ਕੀ ਸੁਣ ਰਹੀ ਸੀ? ਇਹ ਸਭ ਕੁਝ ਕੋਈ ਮਜ਼ਾਕ ਨਹੀਂ ਸੀ, ਮੇਰੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਸੀ। ਇਸ ਨੂੰ ਝੂਠ ਨਹੀਂ ਕਿਹਾ ਜਾ ਸਕਦਾ। ਲੋਕ ਸਹੀ ਕਹਿ ਰਹੇ ਸੀ। ਇੱਕ ਔਰਤ ਬਹੁਤ ਬਿਲਕ ਬਿਲਕ ਕੇ ਰੋ ਰਹੀ ਸੀ ਅਤੇ ਬਾਰ-ਬਾਰ ਇਹੀ ਕਹਿ ਰਹੀ ਸੀ ਕਿ ਉੱਠ ਜਾ ਬੇਟਾ ਖੁਸ਼ੀ, ਤੇਰੀ ਮਾਂ ਬੁਲਾ ਰਹੀ ਆ। ਮੈਂ ਇਹ ਸੁਣ ਕੇ ਉਸ ਦੇ ਚਿਹਰੇ ਵੱਲ ਗੌਰ ਨਾਲ ਦੇਖਿਆ ਕਿ ਉਹ ਖੁਸ਼ੀ ਦੀ ਉਸ ਦੀ ਮਾਂ ਕਿਉਂ ਕਹਿ ਰਹੀ ਆ, ਪਰ ਖੁਸ਼ੀ ਦੀ ਮਾਂ ਤਾਂ ਮੇਰੀ ਭੈਣ ਸੀ। ਇਹ ਸਭ ਮੈਂ ਕੀ ਦੇਖ ਰਹੀ ਸੀ ਅਤੇ ਕੀ ਸੁਣ ਰਹੀ ਸੀ? ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇੱਥੇ ਹੋ ਕੀ ਰਿਹਾ। ਮੇਰੀ ਭਾਣਜੀ ਨੂੰ ਕਿਸੇ ਨੇ ਮਾਰ ਦਿੱਤਾ। ਭਲਾ ਉਸ ਨੂੰ ਕਿਸੇ ਨੇ ਕਿਉਂ ਮਾਰਿਆ? ਇੱਥੇ ਮੈਨੂੰ ਕੋਈ ਨਹੀਂ ਜਾਣਦਾ ਸੀ, ਕਿਉਂਕਿ ਇਕੱਲੇ ਮੇਰੇ ਜੀਜਾ ਜੀ ਮੈਨੂੰ ਜਾਣਦੇ ਸੀ ਅਤੇ ਉਹ ਲੋਕ ਗੱਲਾਂ ਕਰ ਰਹੇ ਸੀ ਕਿ ਉਹਨਾਂ ਦੀ ਮੌਤ ਨੂੰ 3 ਮਹੀਨੇ ਹੋ ਚੁੱਕੇ ਆ। ਮੈਨੂੰ ਗੁੱਸਾ ਤਾਂ ਇਸ ਗੱਲ ਦਾ ਆ ਰਿਹਾ ਸੀ ਕਿ ਮੇਰੇ ਭਰਾ ਨੇ ਮੈਨੂੰ ਇਸ ਬਾਰੇ ਕਿਉਂ ਨਹੀਂ ਦੱਸਿਆ। ਇੱਕ ਔਰਤ ਨੇ ਉਸ ਦੇ ਚਿਹਰੇ ਤੋਂ ਸਫੇਦ ਕੱਪੜਾ ਹਟਾਇਆ ਤਾਂ ਮੇਰੀ ਨਜ਼ਰ ਉਸ ਦੇ ਚਿਹਰੇ 'ਤੇ ਜੰਮ ਗਈ। ਉਸ ਦਾ ਚਿਹਰਾ ਬਿਲਕੁਲ ਮੇਰੀ ਦੀਦੀ ਦੀ ਤਰ੍ਹਾਂ ਸੀ। ਖੁਸ਼ੀ ਆਪਣੀ ਮਾਂ 'ਤੇ ਗਈ ਸੀ। ਉਹ ਜਵਾਨ ਸੋਹਣੀ ਸੀ, ਪਰ ਇਸ ਵਕਤ ਅਰਥੀ 'ਤੇ ਪਈ ਸੀ। ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਕਰ ਸਕਦੀ ਸੀ। ਆਪਣੀਆਂ ਅੱਖਾਂ ਨਾਲ ਇਹ ਸਭ ਕੁਝ ਨਹੀਂ ਦੇਖ ਸਕਦੀ ਸੀ। ਫਿਰ ਮੈਂ ਰੋਂਦੀ ਹੋਈ ਜਲਦੀ ਨਾਲ ਆਪਣੀ ਗੱਡੀ 'ਚ ਆ ਕੇ ਬੈਠ ਗਈ। ਮੈਂ ਫੁੱਟ-ਫੁੱਟ ਕੇ ਰੋ ਰਹੀ ਸੀ। ਮੇਰੀ ਦੀਦੀ ਇਸ ਦੁਨੀਆ ਤੋਂ ਚਲੀ ਗਈ, ਮੇਰੇ ਜੀਜਾ ਜੀ ਇਸ ਦੁਨੀਆ ਤੋਂ ਚਲੇ ਗਏ, ਇੱਥੋਂ ਤੱਕ ਕਿ ਮੇਰੀ ਭਾਣਜੀ ਵੀ ਇਸ ਦੁਨੀਆ ਤੋਂ ਚਲੀ ਗਈ। ਇੰਨਾ ਸਭ ਕੁਝ ਹੋ ਗਿਆ, ਪਰ ਮੈਨੂੰ ਕੁਝ ਵੀ ਨਹੀਂ ਪਤਾ। ਉਹ ਦਿਨ ਮੇਰੇ ਲਈ ਮੇਰੀ ਜ਼ਿੰਦਗੀ ਦਾ ਸਭ ਤੋਂ ਜ਼ਿਆਦਾ ਦੁਖਦਾਇਕ ਸੀ। ਮੈਂ ਰੋਂਦੀ ਹੋਈ ਆਪਣੇ ਭਰਾ ਦੇ ਘਰ ਆ ਗਈ ਅਤੇ ਉਸ ਨੂੰ ਕਿਹਾ ਖੁਸ਼ੀ ਦੀ ਮੌਤ ਹੋ ਗਈ ਅਤੇ ਤੂੰ ਮੈਨੂੰ ਦੱਸਿਆ ਕਿਉਂ ਨਹੀਂ? ਇਹ ਸਮਾਂ ਆਪਣੇ ਲਈ ਬਹੁਤ ਦੁੱਖ ਵਾਲਾ ਅਤੇ ਤੂੰ ਆਪਣੇ ਵਿਆਹ ਦੀਆਂ ਖੁਸ਼ੀਆਂ ਮਨਾ ਰਿਹਾ। ਪਿਛਲੇ 3 ਮਹੀਨੇ ਪਹਿਲਾਂ ਜੀਜਾ ਜੀ ਦੀ ਮੌਤ ਹੋ ਗਈ, ਪਰ ਤੂੰ ਮੈਨੂੰ ਦੱਸਿਆ ਕਿਉਂ ਨਹੀਂ? ਮੇਰੇ ਸਵਾਲ 'ਤੇ ਮੇਰੇ ਭਰਾ ਨੇ ਸ਼ਰਮਿੰਦਗੀ ਮਹਿਸੂਸ ਕੀਤੀ ਅਤੇ ਆਪਣਾ ਸਿਰ ਝੁਕਾ ਲਿਆ। ਮੈਂ ਕਿਹਾ ਰਾਹੁਲ,
ਮੈਨੂੰ ਜਵਾਬ ਦੇ, ਤੂੰ ਮੈਨੂੰ ਦੱਸਿਆ ਕਿਉਂ ਨਹੀਂ? ਤੂੰ ਜੀਜਾ ਜੀ ਦੀ ਮੌਤ ਤੋਂ ਬਾਅਦ ਖੁਸ਼ੀ ਦੀ ਖਬਰ ਨਹੀਂ ਲਈ। ਖੁਸ਼ੀ ਆਪਣੀ ਮੌਤ ਨਹੀਂ ਮਰੀ, ਉਸ ਨੂੰ ਕਿਸੇ ਨੇ ਮਾਰਿਆ, ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਮੇਰੀ ਗੱਲ ਸੁਣ ਕੇ ਰਾਹੁਲ ਦੰਗ ਰਹਿ ਗਿਆ ਤੇ ਕਹਿਣ ਲੱਗਿਆ, ਦੀਦੀ ਤੁਸੀਂ ਕੀ ਕਹਿ ਰਹੇ ਹੋ? ਮੈਂ ਕਿਹਾ, ਮੈਂ ਬਿਲਕੁਲ ਸੱਚ ਕਹਿ ਰਹੀ ਹਾਂ, ਮੈਂ ਹੁਣੇ ਉੱਥੋਂ ਆ ਰਹੀ ਹਾਂ। ਖੁਸ਼ੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਰਾਹੁਲ ਨੇ ਕਿਹਾ, ਦਰਅਸਲ ਦੀਦੀ ਮੈਂ ਜੀਜਾ ਜੀ ਅਤੇ ਖੁਸ਼ੀ ਬਾਰੇ ਕਦੇ ਵੀ ਇਨਫੋਰਮੇਸ਼ਨ ਪਤਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਕਿਉਂਕਿ ਤੁਸੀਂ ਵੀ ਅਮਰੀਕਾ ਚਲੇ ਗਏ ਤੇ ਦੀਦੀ ਇਸ ਦੁਨੀਆ ਤੋਂ ਚਲੀ ਗਈ। ਮੈਂ ਆਪਣੇ ਦੋਸਤਾਂ ਨਾਲ ਬਿਜ਼ੀ ਹੋ ਗਿਆ ਤੇ ਆਪਣੀ ਭਾਣਜੀ ਨਾਲ ਜ਼ਿਆਦਾ ਲਗਾਵ ਨਹੀਂ ਸੀ ਤੇ ਜੀਜਾ ਜੀ ਨਾਲ ਵੀ ਮੇਰਾ ਜ਼ਿਆਦਾ ਸਾਹਮਣਾ ਨਹੀਂ ਹੁੰਦਾ ਸੀ। ਪਰ ਇੱਕ ਦਿਨ ਮੈਨੂੰ ਜੀਜਾ ਜੀ ਦੀ ਬਹੁਤ ਜ਼ਰੂਰਤ ਪੈ ਗਈ। ਮੈਂ ਉਹਨਾਂ ਕੋਲ ਆਫਿਸ ਚਲਾ ਗਿਆ। ਮੈਂ ਕਿਹਾ, ਜੀਜਾ ਜੀ ਤੁਸੀਂ ਮੈਨੂੰ ਆਪਣੇ ਬਿਜ਼ਨਸ ਦਾ 50-50 ਪਾਰਟਨਰ ਬਣਾ ਲਓ, ਕਿਉਂਕਿ ਜੀਜਾ ਜੀ ਦੀ ਕੰਪਨੀ ਬਹੁਤ ਵੱਡੀ ਸੀ ਤੇ ਉਹ ਬਹੁਤ ਵੱਡੇ ਕੰਟਰੈਕਟ ਸਾਈਨ ਕਰਨ ਜਾ ਰਹੇ ਸੀ। ਮੈਨੂੰ ਇਸ ਬਾਰੇ ਮੇਰੇ ਦੋਸਤਾਂ ਤੋਂ ਪਤਾ ਲੱਗਿਆ ਸੀ ਤੇ ਮੈਂ ਸੋਚਿਆ ਕਿ ਮੈਂ ਜੀਜਾ ਜੀ ਦਾ ਇਕਲੌਤਾ ਸਾਲਾ, ਮੇਰੇ ਲਈ ਇੰਨਾ ਤਾਂ ਕਰ ਹੀ ਸਕਦੇ ਆ। ਪਰ ਜੀਜਾ ਜੀ ਨੇ ਮੈਨੂੰ ਕਿਹਾ ਕਿ ਮੈਂ ਬਹੁਤ ਵੱਡੀ ਡੀਲ ਕਰਨ ਜਾ ਰਿਹਾ। ਮੈਨੂੰ ਆਪਣੇ ਬਿਜ਼ਨਸ ਵਿੱਚ ਅਜਿਹੇ ਖਿਡਾਰੀ ਦੀ ਜ਼ਰੂਰਤ ਆ ਜੋ ਬਿਜ਼ਨਸ ਦੇ ABCD ਚੰਗੀ ਤਰ੍ਹਾਂ ਜਾਣਦਾ ਹੋਵੇ। ਪਰ ਤੂੰ ਤਾਂ ਸਾਰੀ ਜ਼ਿੰਦਗੀ ਐਸ਼ ਪ੍ਰਸਤ ਕੀਤੀ ਆ, ਆਪਣੇ ਬਾਪ ਦੇ ਪੈਸੇ 'ਤੇ ਸਾਰੀ ਜ਼ਿੰਦਗੀ ਗੁਜ਼ਾਰੀ ਆ। ਜੇ ਤੈਨੂੰ ਕੋਈ ਜੌਬ ਮਿਲ ਜਾਂਦੀ ਤਾਂ ਤੂੰ ਕੀ ਕਰ ਲੈਂਦਾ? ਤੇਰੇ ਕਰਕੇ ਮੈਂ ਆਪਣਾ ਬਿਜ਼ਨਸ ਲਾਸ ਨਹੀਂ ਕਰ ਸਕਦਾ, ਤੈਨੂੰ ਮੈਂ ਆਪਣਾ ਬਿਜ਼ਨਸ ਪਾਰਟਨਰ ਨਹੀਂ ਬਣਾ ਸਕਦਾ। ਮੈਨੂੰ ਜੀਜਾ ਜੀ ਦੀ ਗੱਲ 'ਤੇ ਬਹੁਤ ਗੁੱਸਾ ਆਇਆ ਤੇ ਮੇਰਾ ਉਸ ਨਾਲ ਇਸ ਗੱਲ 'ਤੇ ਬਹੁਤ ਹੀ ਝਗੜਾ ਹੋ ਗਿਆ। ਉਸ ਦਿਨ ਤੋਂ ਬਾਅਦ ਮੈਂ ਜੀਜਾ ਜੀ ਨਾਲ ਕਦੇ ਮਿਲਿਆ ਨਹੀਂ ਤੇ ਰਹੀ ਖੁਸ਼ੀ ਦੀ ਗੱਲ, ਉਸ ਬਾਰੇ ਵੀ ਮੈਂ ਕਦੇ ਕੋਈ ਇਨਫੋਰਮੇਸ਼ਨ ਪਤਾ ਨਹੀਂ ਕੀਤੀ। ਮੈਂ ਕਿਹਾ, ਰਾਹੁਲ ਤੈਨੂੰ ਸ਼ਰਮ ਆਉਣੀ ਚਾਹੀਦੀ ਆ, ਤੂੰ ਕਿਹੋ ਜਿਹਾ ਇਨਸਾਨ ਆ? ਤੂੰ ਖੁਸ਼ੀ ਦਾ ਮਾਮਾ ਤੇ ਮਾਮੇ ਤਾਂ ਭਾਣਜੇ ਭਾਣਜੀਆਂ ਦੀ ਰੱਖਿਆ ਕਰਦੇ ਆ। ਤੈਨੂੰ ਖੁਸ਼ੀ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਸੀ। ਤੈਨੂੰ ਸੋਚਣਾ ਚਾਹੀਦਾ ਸੀ ਕਿ ਉਸ ਦੀ ਮਾਂ ਇਸ ਦੁਨੀਆ ਵਿੱਚ ਨਹੀਂ। ਪਰ ਤੂੰ ਤਾਂ ਖੁਸ਼ੀ ਦੀ ਕੋਈ ਖੋਜ ਖਬਰ ਹੀ ਨਹੀਂ ਲਈ। ਜਦੋਂ ਤੈਨੂੰ ਜੀਜਾ ਜੀ ਦੀ ਮੌਤ ਬਾਰੇ ਪਤਾ ਲੱਗਿਆ ਸੀ, ਤੈਨੂੰ ਉਸ ਤੋਂ ਬਾਅਦ ਖੁਸ਼ੀ ਦਾ ਖਿਆਲ ਰੱਖਣਾ ਚਾਹੀਦਾ ਸੀ। ਮੈਨੂੰ ਆਪਣੇ ਭਰਾ ਦੀ ਬੇਵਕੂਫੀ 'ਤੇ ਬੇਹੱਦ ਅਫਸੋਸ ਹੋ ਰਿਹਾ ਸੀ। ਉਸ ਦਿਨ ਮੈਂ ਬਹੁਤ ਰੋਈ। ਜਿਵੇਂ ਜਿਵੇਂ ਮੈਨੂੰ ਯਾਦ ਆਉਂਦਾ ਸੀ ਕਿ ਮੇਰੀ ਭਾਣਜੀ ਨੂੰ ਮਾਰਿਆ ਗਿਆ, ਮੇਰੀ ਰੂਹ ਕੰਬ ਉੱਠਦੀ। ਮੈਂ ਜਾਣਨਾ ਚਾਹੁੰਦੀ ਸੀ ਕਿ ਮੇਰੀ ਭਾਣਜੀ ਨੂੰ ਕਿਸ ਨੇ ਮਾਰਿਆ। ਮੈਂ ਫੈਸਲਾ ਕਰ ਲਿਆ ਕਿ ਮੈਂ ਪਤਾ ਕਰਕੇ ਰਹਾਂਗੀ ਮੇਰੀ ਭਾਣਜੀ ਦਾ ਕਾਤਲ ਕੌਣ ਆ। ਮੈਂ ਬਹੁਤ ਰੋਂਦੀ ਰਹਿੰਦੀ। ਮੇਰੇ ਬੱਚੇ ਵੀ ਮੈਨੂੰ ਦੇਖ ਕੇ ਪਰੇਸ਼ਾਨ ਹੁੰਦੇ ਤੇ ਮੈਨੂੰ ਪੁੱਛਦੇ ਸੀ ਕਿ ਮੈਂ ਕਿਉਂ ਰੋ ਰਹੀ ਹਾਂ। ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਆਪਣੇ ਕਿਸੇ ਖਾਸ ਦੀ ਬਹੁਤ ਯਾਦ ਆ ਰਹੀ ਆ। ਉਹਨਾਂ ਨੂੰ ਤਾਂ ਮੈਂ ਜਿਵੇਂ ਕਿਵੇਂ ਸਮਝਾ ਦਿੱਤਾ, ਪਰ ਮੇਰਾ ਧਿਆਨ ਵਾਰ-ਵਾਰ ਖੁਸ਼ੀ ਵੱਲ ਜਾ ਰਿਹਾ ਸੀ। ਮੈਨੂੰ ਨਾ ਤਾਂ ਖਾਣਾ ਪੀਣਾ ਚੰਗਾ ਲੱਗਦਾ ਸੀ। ਬਸ ਮੈਂ ਇਹੀ ਸੋਚ ਕੇ ਪਰੇਸ਼ਾਨ ਹੋ ਰਹੀ ਸੀ ਕਿ ਉਸ ਵਿਚਾਰੀ ਦੀ ਕਿਸ ਨਾਲ ਦੁਸ਼ਮਣੀ ਹੋ ਸਕਦੀ ਆ ਤੇ ਵਾਰ-ਵਾਰ ਉਸ ਔਰਤ ਬਾਰੇ ਸੋਚ ਰਹੀ ਸੀ ਕਿ ਉਹ ਔਰਤ ਕੌਣ ਸੀ ਜੋ ਰੋ ਕੇ ਖੁਸ਼ੀ ਨੂੰ ਆਪਣੀ ਮਾਂ ਦੱਸ ਰਹੀ ਸੀ। ਮੈਂ ਇਹ ਸਭ ਕੁਝ ਪਤਾ ਕਰਨਾ ਸੀ। ਮੇਰੇ ਪਤੀ ਦੀ ਕਾਲ ਆਈ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਮੇਰੇ ਭਰਾ ਦਾ ਵਿਆਹ ਕਿਵੇਂ ਰਿਹਾ। ਮੈਂ ਆਪਣੇ ਪਤੀ ਨੂੰ ਰੋ ਕੇ ਖੁਸ਼ੀ ਬਾਰੇ ਦੱਸਿਆ ਤਾਂ ਉਹ ਕਹਿਣ ਲੱਗੇ ਉਸ ਵਿਚਾਰੀ ਨਾਲ ਬਹੁਤ ਬੁਰਾ ਹੋਇਆ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਸਭ ਕੁਝ ਪਤਾ ਕਰਕੇ ਰਹਾਂਗੀ। ਆਖਰ ਇੰਨਾ ਸਭ ਕੁਝ ਹੋ ਗਿਆ ਤੇ ਮੈਨੂੰ ਇਸ ਬਾਰੇ ਭਿਣਕ ਤੱਕ ਨਹੀਂ ਲੱਗੀ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਉਦੋਂ ਤੱਕ ਅਮਰੀਕਾ ਵਾਪਸ ਨਹੀਂ ਆਵਾਂਗੀ ਜਦੋਂ ਤੱਕ ਸਭ ਕੁਝ ਪਤਾ ਨਹੀਂ ਕਰ ਲੈਂਦੀ ਤੇ ਸਭ ਕੁਝ ਠੀਕ ਨਹੀਂ ਹੋ ਜਾਂਦਾ। ਮੇਰੇ ਪਤੀ ਨੇ ਕਿਹਾ, ਹੁਣ ਤੂੰ ਕੀ ਠੀਕ ਕਰ ਲਵੇਂਗੀ? ਤੇਰੀ ਭੈਣ ਇਸ ਦੁਨੀਆ ਤੋਂ ਚਲੀ ਗਈ, ਉਸ ਦੀ ਬੇਟੀ ਤੇ ਪਤੀ ਵੀ ਇਸ ਦੁਨੀਆ ਤੋਂ ਚਲੇ ਗਏ। ਕੀ ਤੂੰ ਉਹਨਾਂ ਨੂੰ ਵਾਪਸ ਲਿਆ ਸਕਦੀ ਆ? ਮੈਂ ਕਿਹਾ, ਮੈਂ ਉਹਨਾਂ ਨੂੰ ਵਾਪਸ ਤਾਂ ਨਹੀਂ ਲਿਆ ਸਕਦੀ, ਪਰ ਮੈਂ ਆਪਣੀ ਭਾਣਜੀ ਦੇ ਆਰੋਪੀ ਨੂੰ ਸਜ਼ਾ ਤਾਂ ਦਵਾ ਸਕਦੀ ਆ। ਉਸ ਨੂੰ ਆਪਣੇ ਸਾਹਮਣੇ ਖੜਾ ਕੇ ਪੁੱਛਾਂਗੀ ਕਿ ਤੂੰ ਮੇਰੀ ਭਾਣਜੀ ਨੂੰ ਕਿਉਂ ਮਾਰਿਆ। ਮੇਰੇ ਪਤੀ ਨੇ ਕਿਹਾ, ਠੀਕ ਆ, ਜਦੋਂ ਤੈਨੂੰ ਬਿਹਤਰ ਲੱਗੇ ਉਦੋਂ ਵਾਪਸ ਆ ਜਾਵੀਂ, ਪਰ ਆਪਣਾ ਤੇ ਬੱਚਿਆਂ ਦਾ ਖਿਆਲ ਰੱਖੀ। ਮੈਂ ਕਿਹਾ, ਬੱਚੇ ਤਾਂ ਬਹੁਤ ਖੁਸ਼ ਆ, ਇੱਥੇ ਬਹੁਤ ਸਾਰੇ ਰਿਸ਼ਤੇਦਾਰ ਉਹਨਾਂ ਨਾਲ ਮਿਲ ਕੇ ਖੁਸ਼ ਰਹਿੰਦੇ ਆ, ਪਰ ਮੇਰਾ ਮਨ ਉਦਾਸ ਰਹਿੰਦਾ। ਇਹ ਕਹਿ ਕੇ ਮੈਂ ਫੋਨ ਕੱਟ ਦਿੱਤਾ। ਅਗਲੇ ਦਿਨ ਮੈਂ ਆਪਣਾ ਪਹਿਲਾ ਕਦਮ ਚੁੱਕਿਆ। ਮੈਂ ਦੀਦੀ ਦੇ ਗੁਆਂਢੀਆਂ ਘਰ ਚਲੀ ਗਈ। ਦੀਦੀ ਬਹੁਤ ਚੰਗੀ ਸੀ। ਉਹ ਆਪਣੇ ਆਂਢ ਗੁਆਂਢ ਤੇ ਰਿਸ਼ਤੇਦਾਰਾਂ ਨਾਲ ਬਹੁਤ ਮੇਲ ਮਿਲਾਪ ਰੱਖਦੀ ਸੀ। ਦੀਦੀ ਨੂੰ ਤਾਂ ਮਰੇ ਹੋਏ ਬਹੁਤ ਸਾਲ ਹੋ ਗਏ, ਪਰ ਖੁਸ਼ੀ ਬਾਰੇ ਮੈਨੂੰ ਉਹਨਾਂ ਦੇ ਗੁਆਂਢ ਤੋਂ ਪਤਾ ਲੱਗ ਸਕਦਾ ਸੀ। ਇਸ ਲਈ ਮੈਂ ਆਪਣੀ ਪਹਿਚਾਣ ਛੁਪਾ ਕੇ ਉਹਨਾਂ ਦੇ ਗੁਆਂਢ ਵਾਲੇ ਘਰ ਚਲੀ ਗਈ। ਜਦੋਂ ਮੈਂ ਦਰਵਾਜ਼ਾ ਖੜਕਾਇਆ ਤਾਂ ਇੱਕ ਔਰਤ ਬਾਹਰ ਆਈ। ਮੈਂ ਉਹਨਾਂ ਨੂੰ ਕਿਹਾ, ਦੀਦੀ ਮੈਂ ਇੱਕ ਰਿਪੋਰਟਰ ਹਾਂ, ਤੁਹਾਡੇ ਗੁਆਂਢ 19 ਸਾਲਾਂ ਦੀ ਕੁੜੀ ਦਾ ਮਰਡਰ ਹੋਇਆ, ਮੈਂ ਉਸ ਬਾਰੇ ਇਨਫੋਰਮੇਸ਼ਨ ਪਤਾ ਕਰਨੀ ਆ।
ਜੇ ਤੁਸੀਂ ਮੈਨੂੰ ਸਾਰੀ ਇਨਫੋਰਮੇਸ਼ਨ ਦੇ ਦੇਵੋਗੇ ਤਾਂ ਤੁਹਾਡੀ ਫੋਟੋ ਅਖਬਾਰ ਵਿੱਚ ਵੀ ਛਪ ਸਕਦੀ ਆ। ਲੋਕ ਤੁਹਾਡੀ ਬਹੁਤ ਤਾਰੀਫ ਕਰਨਗੇ। ਉਹਨਾਂ ਨੂੰ ਤੁਹਾਡੀ ਵਜ੍ਹਾ ਕਰਕੇ ਉਸ ਕੁੜੀ ਦੀ ਕਹਾਣੀ ਪਤਾ ਲੱਗੇਗੀ। ਉਹ ਔਰਤ ਕਹਿਣ ਲੱਗੀ, ਦੇਖੋ ਮੈਡਮ, ਮੈਂ ਕਾਤਲ ਮੇਰੇ ਤੋਂ ਬਦਲਾ ਲੈ ਸਕਦਾ। ਮੈਂ ਤੁਹਾਨੂੰ ਇਸ ਬਾਰੇ ਕੁਝ ਨਹੀਂ ਦੱਸਾਂਗੀ। ਮੈਂ ਕਿਹਾ, ਅਜਿਹਾ ਕੁਝ ਨਹੀਂ ਹੁੰਦਾ। ਅਸੀਂ ਤਾਂ ਸਿਰਫ ਤੁਹਾਨੂੰ ਉਸ ਕੁੜੀ ਦੀ ਕਹਾਣੀ ਸੁਣਾਉਣ ਬਾਰੇ ਕਹਿ ਰਹੇ ਹਾਂ, ਕਾਤਲ ਬਾਰੇ ਦੱਸਣ ਲਈ ਨਹੀਂ ਕਿਹਾ। ਬਸ ਸਾਨੂੰ ਉਸ ਕੁੜੀ ਬਾਰੇ ਦੱਸ ਦਿਓ। ਉਹ ਕੀ ਕਰਦੀ ਸੀ, ਕਿੱਥੇ ਪੜ੍ਹਨ ਜਾਂਦੀ ਸੀ, ਉਹਦੇ ਘਰ ਵਿੱਚ ਕੌਣ ਸੀ, ਉਸ ਦੀ ਰੁਟੀਨ ਕੀ ਸੀ। ਆਂਢ ਗੁਆਂਢ ਨੂੰ ਤਾਂ ਸਭ ਪਤਾ ਹੁੰਦਾ, ਤੁਸੀਂ ਸਾਨੂੰ ਦੱਸ ਸਕਦੇ ਹੋ। ਔਰਤ ਕਹਿਣ ਲੱਗੀ, ਹਾਂ, ਮੈਨੂੰ ਖੁਸ਼ੀ ਬਾਰੇ ਸਭ ਪਤਾ। ਪਹਿਲਾਂ ਤਾਂ ਉਹ ਕਾਲਜ ਪੜ੍ਹਨ ਜਾਂਦੀ ਤੇ ਫਿਰ ਕਾਲਜ ਇੰਸਟੀਚਿਊਟ ਵਿੱਚ ਵੀ ਪੜ੍ਹਨ ਲੱਗ ਜਾਂਦੀ ਸੀ। ਜਦੋਂ ਉਹ ਔਰਤ ਮੈਨੂੰ ਖੁਸ਼ੀ ਬਾਰੇ ਦੱਸਣ ਲਈ ਤਿਆਰ ਹੋ ਗਈ ਤਾਂ ਮੈਂ ਉਸ ਨੂੰ ਕਿਹਾ, ਆਪਾਂ ਅੰਦਰ ਬੈਠ ਕੇ ਗੱਲ ਕਰਦੇ ਹਾਂ। ਫਿਰ ਉਹ ਔਰਤ ਮੈਨੂੰ ਆਪਣੇ ਘਰ ਦੇ ਅੰਦਰ ਲੈ ਗਈ। ਉਸ ਦੇ ਘਰ 'ਚ ਹੋਰ ਵੀ ਮੈਂਬਰ ਸੀ। ਉਹ ਔਰਤ ਮੈਨੂੰ ਇੱਕ ਕਮਰੇ 'ਚ ਲੈ ਗਈ ਤੇ ਗੱਲਬਾਤ ਕਰਨੀ ਸ਼ੁਰੂ ਕੀਤੀ। ਉਸ ਨੇ ਦੱਸਿਆ ਕਿ ਖੁਸ਼ੀ ਬਹੁਤ ਚੰਗੀ ਕੁੜੀ ਸੀ। ਉਸ ਦਾ ਬਿਹੇਵੀਅਰ ਬਹੁਤ ਵਧੀਆ ਸੀ। ਮੈਂ ਉਸ ਦੀ ਸਕੀ ਮਾਂ ਨੂੰ ਵੀ ਜਾਣਦੀ ਸੀ ਕਿਉਂਕਿ ਸਾਡਾ ਬਹੁਤ ਸਾਲਾਂ ਪੁਰਾਣਾ ਸਾਥ ਸੀ। ਖੁਸ਼ੀ ਬਿਲਕੁਲ ਆਪਣੀ ਮਾਂ 'ਤੇ ਗਈ ਕਿਉਂਕਿ ਉਸ ਦੀ ਮਾਂ ਦਾ ਸੁਭਾਅ ਵੀ ਵਧੀਆ ਸੀ, ਪਰ ਉਹਦੇ ਪਾਪਾ ਥੋੜ੍ਹੇ ਚਿੜਚਿੜੇ ਸੁਭਾਅ ਦੇ ਸੀ। ਖੁਸ਼ੀ ਦੀ ਮਾਂ ਦੀ ਮੌਤ ਤੋਂ ਬਹੁਤ ਪਹਿਲਾਂ ਹੋ ਗਈ ਸੀ। ਉਸ ਸਮੇਂ ਖੁਸ਼ੀ ਬਹੁਤ ਛੋਟੀ ਸੀ। ਫਿਰ ਲੋਕਾਂ ਨੇ ਉਸ ਦੇ ਪਿਓ ਨੂੰ ਐਡਵਾਈਸ ਦਿੱਤੀ ਕਿ ਬੱਚੀ ਦੀ ਪਰਵਰਿਸ਼ ਲਈ ਦੂਜਾ ਵਿਆਹ ਕਰਵਾ ਲਾ। ਫਿਰ ਲੋਕਾਂ ਦੇ ਕਹਿਣ ਅਤੇ ਆਪਣੀ ਬੇਟੀ ਵੱਲ ਦੇਖ ਕੇ ਉਸ ਦੇ ਪਾਪਾ ਨੇ ਦੂਜਾ ਵਿਆਹ ਕਰਵਾ ਲਿਆ। ਉਹਨਾਂ ਨੇ ਇੱਕ ਅਜਿਹੀ ਔਰਤ ਨਾਲ ਵਿਆਹ ਕਰਵਾਇਆ ਜੋ ਬਹੁਤ ਗਰੀਬ ਸੀ ਤੇ ਉਸ ਦਾ ਬਿਹੇਵੀਅਰ ਵੀ ਵਧੀਆ ਨਹੀਂ ਸੀ। ਉਹ ਨੌਕਰਾਂ ਨਾਲ ਵੀ ਵਧੀਆ ਬਿਹੇਵ ਨਹੀਂ ਕਰਦੀ, ਆਂਢ ਗੁਆਂਢ ਤੇ ਰਿਸ਼ਤੇਦਾਰਾਂ ਨਾਲ ਵੀ ਨਹੀਂ ਮਿਲਦੀ। ਵੈਸੇ ਤਾਂ ਖੁਸ਼ੀ ਦੀ ਫੈਮਿਲੀ ਬਹੁਤ ਅਮੀਰ ਸੀ, ਪਰ ਪਤਾ ਨਹੀਂ ਉਹਦੇ ਪਾਪਾ ਨੇ ਗਰੀਬ ਔਰਤ ਨਾਲ ਵਿਆਹ ਕਿਉਂ ਕਰਵਾਇਆ। ਸ਼ਾਇਦ ਉਸਨੇ ਸੋਚਿਆ ਹੋਵੇਗਾ ਕਿ ਮੇਰੀ ਬੇਟੀ ਨੂੰ ਮਾਂ ਮਿਲ ਜਾਵੇਗੀ ਤੇ ਉਸ ਗਰੀਬ ਕੁੜੀ ਨੂੰ ਸਾਡਾ ਸਹਾਰਾ ਮਿਲ ਜਾਵੇਗਾ। ਪਰ ਜਦੋਂ ਦੀ ਉਹ ਉਸਦੇ ਪਾਪਾ ਨਾਲ ਵਿਆਹ ਕਰਵਾ ਕੇ ਇਸ ਘਰ ਵਿੱਚ ਆਈ ਸੀ, ਉਸਨੇ ਫਜ਼ੂਲ ਖਰਚੇ ਕਰਨੇ ਸ਼ੁਰੂ ਕਰ ਦਿੱਤੇ। ਖੁਸ਼ੀ ਨਾਲ ਤਾਂ ਉਸਦਾ ਬਿਹੇਵ ਵਧੀਆ ਸੀ ਕਿਉਂਕਿ ਇੱਕ ਦੋ ਵਾਰ ਮੈਂ ਖੁਸ਼ੀ ਨੂੰ ਪੁੱਛਿਆ ਸੀ ਕਿ ਬੇਟਾ, ਤੇਰੀ ਮਤਰੇਈ ਮਾਂ ਦਾ ਵਿਵਹਾਰ ਤੇਰੇ ਨਾਲ ਕਿਵੇਂ ਆ, ਤਾਂ ਖੁਸ਼ੀ ਕਹਿੰਦੀ ਸੀ ਕਿ ਮੇਰੀ ਮਤਰੇਈ ਮਾਂ ਮੇਰੇ ਨਾਲ ਵਧੀਆ ਰਹਿੰਦੀ ਆ, ਮੈਨੂੰ ਕਿਸੇ ਗੱਲ 'ਤੇ ਤੰਗ ਨਹੀਂ ਕਰਦੀ। ਪਰ ਜਦੋਂ ਦੇ ਖੁਸ਼ੀ ਦੇ ਪਾਪਾ ਬਿਮਾਰ ਰਹਿਣ ਲੱਗੇ ਸੀ ਤਾਂ ਖੁਸ਼ੀ ਉਦਾਸ ਰਹਿਣ ਲੱਗ ਗਈ। ਖੁਸ਼ੀ ਨੇ ਆਪਣੀ ਪੜ੍ਹਾਈ ਦੇ ਨਾਲ ਆਪਣੇ ਪਾਪਾ ਦੀ ਵੀ ਸੇਵਾ ਕੀਤੀ, ਪਰ ਇੱਕ ਦਿਨ ਉਹਦੇ ਪਾਪਾ ਇਸ ਦੁਨੀਆ ਤੋਂ ਚਲੇ ਗਏ। ਅਜੇ ਉਸਦੇ ਪਾਪਾ ਦੀ ਮੌਤ ਨੂੰ 3 ਮਹੀਨੇ ਹੋਏ ਸੀ ਤਾਂ ਖੁਸ਼ੀ ਦੀ ਮਤਰੇਈ ਮਾਂ ਨੇ ਕਿਸੇ ਵਿਆਹ 'ਤੇ ਜਾਣਾ ਸੀ ਤਾਂ ਉਸਨੇ ਖੁਸ਼ੀ ਨੂੰ ਕਿਹਾ ਕਿ ਤੂੰ ਵੀ ਮੇਰੇ ਨਾਲ ਵਿਆਹ 'ਤੇ ਚੱਲ। ਪਰ ਖੁਸ਼ੀ ਦੇ ਐਗਜ਼ਾਮ ਚੱਲ ਰਹੇ ਸੀ ਤੇ ਉਸਦੇ ਦਿਲ 'ਚੋਂ ਅਜੇ ਪਾਪਾ ਦੀ ਮੌਤ ਦਾ ਸਦਮਾ ਨਹੀਂ ਨਿਕਲਿਆ ਸੀ। ਕਿਤੇ ਵੀ ਜਾਣ ਦਾ ਉਸਦਾ ਮਨ ਨਹੀਂ ਸੀ। ਫਿਰ ਉਸਦੀ ਮਤਰੇਈ ਮਾਂ ਇਕੱਲੀ ਹੀ ਡਰਾਈਵਰ ਦੇ ਨਾਲ ਵਿਆਹ 'ਤੇ ਚਲੀ ਗਈ। ਅਸੀਂ ਸਾਰੇ ਆਂਢ ਗੁਆਂਢ ਵਾਲੇ ਵੀ ਆਪਣੇ ਆਪਣੇ ਕੰਮਾਂ 'ਚ ਬਿਜੀ ਸੀ। ਰਾਤ ਨੂੰ 2 ਵਜੇ ਤਾੜ-ਤਾੜ ਗੋਲੀਆਂ ਚੱਲਣ ਦੀ ਆਵਾਜ਼ ਆਈ ਤਾਂ ਅਸੀਂ ਸਾਰੇ ਘਬਰਾ ਗਏ। ਸਾਰੇ ਕਿਤੇ ਹਲਚਲ ਮੱਚ ਗਈ। ਫਿਰ ਪਤਾ ਲੱਗਿਆ ਕਿ ਨਾਲ ਵਾਲੇ ਬੰਗਲੇ 'ਚ ਗੋਲੀਆਂ ਚੱਲੀਆਂ। ਫਿਰ ਅਸੀਂ ਸਾਰੇ ਪਤਾ ਕਰਨ ਲਈ ਬੰਗਲੇ ਦੇ ਅੰਦਰ ਗਏ ਤਾਂ ਖੁਸ਼ੀ ਖੂਨ ਨਾਲ ਲੱਥ-ਪੱਥ ਜ਼ਮੀਨ 'ਤੇ ਪਈ ਸੀ। ਉਸ ਨੂੰ ਹਸਪੀਟਲ ਲਿਜਾਇਆ ਗਿਆ ਪਰ ਡਾਕਟਰ ਨੇ ਦੱਸਿਆ ਕਿ ਉਸ ਦੀ ਮੌਤ ਹੋ ਚੁੱਕੀ ਆ। ਫਿਰ ਅਸੀਂ ਕਾਲ ਕਰਕੇ ਉਸ ਦੀ ਮਤਰੇਈ ਮਾਂ ਦਾਮਣੀ ਨੂੰ ਦੱਸਿਆ ਕਿ ਖੁਸ਼ੀ ਦੀ ਮੌਤ ਹੋ ਗਈ ਆ। ਫਿਰ ਦਾਮਣੀ ਵੀ ਡਰਾਈਵਰ ਨਾਲ ਘਰ ਵਾਪਸ ਆ ਗਈ ਤੇ ਉਹ ਆਪਣੀ ਬੇਟੀ ਦੀ ਮੌਤ 'ਤੇ ਬਹੁਤ ਰੋਈ। ਉਸ ਨੂੰ ਨਹੀਂ ਪਤਾ ਸੀ ਕਿ ਮੇਰੇ ਜਾਣ ਬਾਅਦ ਖੁਸ਼ੀ ਨਾਲ ਇਹ ਸਭ ਕੁਝ ਹੋ ਜਾਵੇਗਾ। ਘਰ ਵਿੱਚ ਪੁਲਿਸ ਆਈ। ਪੁਲਿਸ ਆਪਣੀ ਤਫਤੀਸ਼ ਕਰਨ ਤੋਂ ਬਾਅਦ ਵਾਪਸ ਚਲੀ ਗਈ। ਖੁਸ਼ੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਪਰ ਅਜੇ ਤੱਕ ਪਤਾ ਨਹੀਂ ਲੱਗਿਆ ਕਿ ਖੁਸ਼ੀ ਨੂੰ ਕਿਉਂ ਅਤੇ ਕਿਸ ਨੇ ਮਾਰਿਆ। ਮੈਂ ਕਿਹਾ, ਖੁਸ਼ੀ ਦੀ ਕਿਸੇ ਨਾਲ ਕੋਈ ਦੁਸ਼ਮਣੀ ਸੀ? ਤਾਂ ਔਰਤ ਕਹਿਣ ਲੱਗੀ, ਨਹੀਂ, ਭਲਾ ਖੁਸ਼ੀ ਦੀ ਕਿਸ ਨਾਲ ਦੁਸ਼ਮਣੀ ਹੋ ਸਕਦੀ ਆ। ਉਹ ਤਾਂ ਜਦੋਂ ਕਿਸੇ ਨਾਲ ਗੱਲ ਕਰਦੀ ਸੀ ਤਾਂ ਉਸ ਦੇ ਮੂੰਹ ਵਿੱਚੋਂ ਫੁੱਲ ਡਿੱਗਦੇ ਸੀ। ਫਿਰ ਮੈਂ ਉਸ ਔਰਤ ਦਾ ਸ਼ੁਕਰੀਆ ਕਰਕੇ ਘਰ ਵਾਪਸ ਆ ਗਈ। ਮੈਂ ਇਸੇ ਸੋਚ ਵਿੱਚ ਬੈਠੀ ਸੀ ਕਿ ਜਿਸ ਔਰਤ ਨਾਲ ਜੀਜਾ ਜੀ ਨੇ ਵਿਆਹ ਕਰਵਾਇਆ, ਜੋ ਆਪਣੇ ਆਪ ਨੂੰ ਖੁਸ਼ੀ ਦੀ ਮਾਂ ਕਹਿ ਰਹੀ ਸੀ, ਕਿਤੇ ਉਹ ਉਸ ਔਰਤ ਨੇ ਤਾਂ ਨਹੀਂ ਖੁਸ਼ੀ ਨੂੰ ਮਰਵਾ ਦਿੱਤਾ। ਮੈਨੂੰ ਉਸ ਔਰਤ ਦੀ ਗੱਲ ਯਾਦ ਆ ਰਹੀ ਸੀ। ਖੁਸ਼ੀ ਨੇ ਦੱਸਿਆ ਸੀ ਕਿ ਉਸ ਦੀ ਮਤਰੇਈ ਮਾਂ ਦਾ ਖੁਸ਼ੀ ਨਾਲ ਬਿਹੇਵ ਵਧੀਆ ਰਹਿੰਦਾ। ਅਜਿਹਾ ਵੀ ਹੋ ਸਕਦਾ ਕਿ ਖੁਸ਼ੀ ਨੇ ਉਸ ਔਰਤ ਨੂੰ ਝੂਠ ਬੋਲਿਆ ਹੋਵੇ। ਇਹ ਸਭ ਕੁਝ ਸੋਚ ਕੇ ਮੇਰਾ ਦਿਮਾਗ ਦਰਦ ਨਾਲ ਫਟ ਰਿਹਾ ਸੀ। ਮੈਂ ਜਿਵੇਂ ਕਿਵੇਂ ਕਰਕੇ ਉਸ ਬੰਗਲੇ ਅੰਦਰ ਪਹੁੰਚਣਾ ਚਾਹੁੰਦੀ ਸੀ ਕਿਉਂਕਿ ਮੈਂ ਬੰਗਲੇ ਅੰਦਰ ਜਾ ਕੇ ਹੀ ਪਤਾ ਕਰ ਸਕਦੀ ਸੀ ਕਿ ਖੁਸ਼ੀ ਦੀ ਮਤਰੇਈ ਮਾਂ ਕਿਹੋ ਜਿਹੀ ਆ ਤੇ ਉਸ ਦਾ ਖੁਸ਼ੀ ਨਾਲ ਬਿਹੇਵ ਕਿਵੇਂ ਦਾ ਰਿਹਾ ਹੋ ਸੀ। ਫਿਰ ਮੈਂ ਆਪਣੇ ਭਰਾ ਨੂੰ ਦੱਸ ਦਿੱਤਾ ਕਿ ਮੈਂ ਖੁਸ਼ੀ ਦਾ ਆਰੋਪੀ ਲੱਭ ਕੇ ਰਹਾਂਗੀ। ਜੇ ਤੂੰ ਮੇਰਾ ਸਾਥ ਦੇਣਾ ਚਾਹੁੰਦਾ ਤਾਂ ਮੇਰੇ ਬੱਚਿਆਂ ਨੂੰ ਆਪਣੇ ਕੋਲ ਰੱਖ ਲਾ ਕਿਉਂਕਿ ਮੈਂ ਕੁਝ ਦਿਨ ਦੀਦੀ ਦੇ ਘਰ ਜਾ ਰਹੀ ਹਾਂ।
ਮੇਰਾ ਭਰਾ ਹੈਰਾਨ ਰਹਿ ਗਿਆ ਤੇ ਕਹਿਣ ਲੱਗਿਆ, ਤੂੰ ਦੀਦੀ ਦੇ ਘਰ ਜਾ ਕੇ ਕੀ ਕਰੇਂਗੀ? ਜੇ ਉਹਨਾਂ ਨੇ ਤੇਰੇ 'ਤੇ ਵੀ ਹਮਲਾ ਕਰ ਦਿੱਤਾ ਫਿਰ? ਮੈਂ ਉਸ ਨੂੰ ਕਿਹਾ ਕਿ ਮੈਂ ਤੇਰੇ ਤੋਂ ਜ਼ਿਆਦਾ ਦਿਮਾਗ ਰੱਖਦੀ ਹਾਂ, ਤੇਰੀ ਤਰ੍ਹਾਂ ਬੇਵਕੂਫ ਨਹੀਂ। ਮੈਂ ਅਜੇ ਵੀ ਆਪਣੇ ਭਰਾ ਨਾਲ ਨਾਰਾਜ਼ ਸੀ। ਬੇਸ਼ੱਕ ਉਹ ਮੇਰੇ ਤੋਂ ਮਾफ़ੀ ਮੰਗ ਚੁੱਕਿਆ ਸੀ। ਮੇਰਾ ਭਰਾ ਨੇ ਕਿਹਾ ਕਿ ਮੇਰੇ ਤੋਂ ਜੋ ਵੀ ਗਲਤੀ ਹੋਈ ਆ ਉਹ ਨਾਦਾਨੀ 'ਚ ਹੋਈ, ਪਰ ਹੁਣ ਮੈਂ ਤੇਰਾ ਸਾਥ ਦੇਵਾਂਗਾ, ਤੇਰੇ ਬੱਚਿਆਂ ਦਾ ਖਿਆਲ ਰੱਖਾਂਗਾ ਤੇ ਮੇਰੇ ਤੋਂ ਜੋ ਵੀ ਮਦਦ ਹੋਵੇਗੀ ਉਹ ਮੈਂ ਕਰਾਂਗਾ। ਮੇਰੇ ਭਰਾ ਦਾ ਨਵਾਂ ਵਿਆਹ ਹੋਇਆ ਸੀ। ਉਸਨੇ ਆਪਣੀ ਪਤਨੀ ਨਾਲ ਟਾਈਮ ਸਪੈਂਡ ਕਰਨਾ ਸੀ, ਪਰ ਉਸ ਲਈ ਮੇਰੀ ਮਦਦ ਕਰਨਾ ਵੀ ਬਹੁਤ ਜ਼ਰੂਰੀ ਸੀ। ਮੈਂ ਆਪਣੇ ਭਰਾ ਨੂੰ ਕਿਹਾ, ਮੈਂ ਤੇਰੇ ਨਾਲ ਕੰਟੈਕਟ 'ਚ ਰਹਾਂਗੀ। ਹੁਣ ਮੈਂ ਉਸ ਬੰਗਲੇ 'ਚ ਜਾਣਾ। ਮੈਂ ਸਭ ਕੁਝ ਪਹਿਲਾਂ ਹੀ ਸੋਚ ਲਿਆ ਸੀ ਕਿ ਮੈਂ ਉਸ ਬੰਗਲੇ ਦੀ ਇੱਕ ਅਜਿਹੀ ਨੌਕਰਾਣੀ ਬਾਰੇ ਪਤਾ ਕਰ ਲਿਆ ਸੀ ਜੋ ਉਸ ਘਰ ਦੀ ਪੁਰਾਣੀ ਅਤੇ ਦਾਮਣੀ ਦੀ ਵਫਾਦਾਰ ਨੌਕਰਾਣੀ ਸੀ। ਮੈਂ ਉਸ ਨੌਕਰਾਣੀ ਨੂੰ ਰਸਤੇ ਵਿੱਚ ਮਿਲ ਗਈ ਤੇ ਮੈਂ ਉਸ ਨੂੰ ਕਿਹਾ, ਦੀਦੀ ਤੁਸੀਂ ਉਸ ਬੰਗਲੇ 'ਚ ਜੌਬ ਕਰਦੇ ਹੋ, ਤੁਹਾਡੀ ਤਾਂ ਉਹਨਾਂ ਨਾਲ ਬਹੁਤ ਜਾਣ ਪਹਿਚਾਣ ਹੋਵੇਗੀ। ਮੈਨੂੰ ਕੰਮ ਦੀ ਬਹੁਤ ਜ਼ਰੂਰਤ ਆ, ਤੁਸੀਂ ਮੈਨੂੰ ਉਸ ਬੰਗਲੇ 'ਚ ਨੌਕਰੀ ਦੇ ਲਈ ਲਗਵਾ ਦਿਓ। ਉਹ ਨੌਕਰਾਣੀ ਕਹਿਣ ਲੱਗੀ, ਤੂੰ ਕੌਣ ਤੇ ਕਿੱਥੋਂ ਆਈ? ਮੈਂ ਉਸ ਨੂੰ ਕਿਹਾ ਕਿ ਮੈਂ ਛਤਰਪੁਰ ਪਿੰਡ ਤੋਂ ਆਈ ਹਾਂ। ਸਾਡੇ ਉੱਥੇ ਬਹੁਤ ਗਰੀਬੀ ਆ, ਖਾਣ ਪੀਣ ਲਈ ਕੁਝ ਵੀ ਨਹੀਂ ਮਿਲ ਰਿਹਾ। ਮੇਰੇ ਛੋਟੇ ਬੱਚੇ ਆ। ਮੈਂ ਲੋਕਾਂ ਤੋਂ ਮੰਗ ਕੇ ਖਾ ਰਹੀ ਹਾਂ। ਕੰਮ ਦੀ ਤਲਾਸ਼ ਵਿੱਚ ਮੈਂ ਇਸ ਸ਼ਹਿਰ ਆ ਗਈ, ਪਰ ਮੈਨੂੰ ਇੱਥੇ ਕੋਈ ਨੌਕਰੀ ਨਹੀਂ ਮਿਲ ਰਹੀ। ਦੀਦੀ ਤੁਸੀਂ ਪਲੀਜ਼ ਮੈਨੂੰ ਇਸ ਬੰਗਲੇ ਵਿੱਚ ਨੌਕਰੀ ਦਿਵਾ ਦਿਓ ਨਾ, ਮੈਂ ਤੁਹਾਡਾ ਬਹੁਤ ਅਹਿਸਾਨ ਮੰਨਾਂਗੀ। ਮੈਂ ਉਸ ਦੇ ਪੈਰਾਂ 'ਚ ਬੈਠ ਗਈ ਤੇ ਰੋਣ ਦੀ ਐਕਟਿੰਗ ਕਰਨ ਲੱਗੀ। ਫਿਰ ਉਸ ਔਰਤ ਨੇ ਕਿਹਾ ਕਿ ਤੈਨੂੰ ਕੰਮ ਕਾਰ ਤਾਂ ਆਉਂਦਾ ਨਾ? ਮੈਂ ਉਸ ਨੂੰ ਕਿਹਾ, ਹਾਂ ਮੈਂ ਸਾਰੇ ਕੰਮ ਕਰ ਲੈਂਦੀ ਹਾਂ, ਝਾੜੂ ਪੋਚਾ, ਕੱਪੜੇ ਧੋ ਲੈਂਦੀ ਹਾਂ, ਬਰਤਨ ਸਾਫ਼ ਕਰ ਲੈਂਦੀ ਹਾਂ ਤੇ ਖਾਣਾ ਵੀ ਬਣਾ ਲੈਂਦੀ ਹਾਂ। ਉਸ ਨੇ ਕਿਹਾ, ਠੀਕ ਆ, ਮੈਂ ਮਾਲਕਨ ਨਾਲ ਗੱਲ ਕਰਾਂਗੀ, ਉਹ ਤੈਨੂੰ ਨੌਕਰੀ ਦੇ ਦੇਣਗੇ। ਉਸ ਨੇ ਮੈਨੂੰ ਆਪਣੇ ਘਰ ਦਾ ਐਡਰੈਸ ਦੇ ਦਿੱਤਾ ਤੇ ਕਿਹਾ, ਕੱਲ੍ਹ ਨੂੰ ਮੈਨੂੰ ਆ ਕੇ ਮਿਲ ਲਵੀਂ, ਮੈਂ ਤੈਨੂੰ ਸਭ ਕੁਝ ਦੱਸ ਦੇਵਾਂਗੀ। ਮੈਂ ਰੱਬ ਅੱਗੇ ਅਰਦਾਸ ਕਰ ਰਹੀ ਸੀ ਕਿ ਮੈਨੂੰ ਉਸ ਬੰਗਲੇ 'ਚ ਨੌਕਰੀ ਮਿਲ ਜਾਵੇ। ਅਗਲੇ ਦਿਨ ਮੈਂ ਜਲਦੀ ਉਸ ਨੌਕਰਾਣੀ ਦੇ ਘਰ ਪਹੁੰਚ ਗਈ। ਉਸ ਨੌਕਰਾਣੀ ਨੇ ਮੈਨੂੰ ਖੁਸ਼ਖਬਰੀ ਦਿੱਤੀ ਕਿ ਤੈਨੂੰ ਨੌਕਰੀ ਮਿਲ ਗਈ, ਤੂੰ ਉਸ ਬੰਗਲੇ 'ਚ ਕੰਮ ਕਰਨ ਦੇ ਲਈ ਜਾ ਸਕਦੀ ਆ। ਉਹ ਬੰਗਲਾ ਬਹੁਤ ਵੱਡਾ, ਪਰ ਮੈਂ ਤੇ ਇੱਕ ਹੋਰ ਨੌਕਰਾਣੀ ਆ, ਇਸ ਲਈ ਜ਼ਿਆਦਾ ਨੌਕਰਾਂ ਦੀ ਜ਼ਰੂਰਤ ਆ। ਮਾਲਕਣ ਨੇ ਤੈਨੂੰ ਨੌਕਰੀ ਦੇ ਦਿੱਤੀ, ਪਰ ਤੂੰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਨਹੀਂ ਆਉਣਾ, ਕਿਉਂਕਿ ਮਾਲਕਣ ਨੂੰ ਬੱਚੇ ਬਹੁਤ ਬੁਰੇ ਲੱਗਦੇ ਆ। ਮੈਂ ਕਿਹਾ, ਠੀਕ ਆ, ਮੈਂ ਕੱਲ੍ਹ ਤੋਂ ਕੰਮ 'ਤੇ ਆ ਜਾਵਾਂਗੀ। ਅਗਲੇ ਦਿਨ ਮੈਂ ਦੀਦੀ ਦੇ ਬੰਗਲੇ 'ਚ ਕਦਮ ਰੱਖਿਆ ਤਾਂ ਮੈਨੂੰ ਹਰ ਕੋਨੇ ਅਤੇ ਦੀਵਾਰਾਂ 'ਚੋਂ ਦੀਦੀ ਅਤੇ ਆਪਣੀ ਭਾਣਜੀ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸੀ। ਮਾਲਕਣ ਮੇਰੇ ਸਾਹਮਣੇ ਆਈ ਤੇ ਮੈਨੂੰ ਕਹਿਣ ਲੱਗੀ, ਤੈਨੂੰ ਸਾਰੇ ਕੰਮ ਆਉਂਦੇ ਆ ਨਾ? ਕਮਲਾ ਨੇ ਤੈਨੂੰ ਕੰਮ ਬਾਰੇ ਦੱਸ ਦਿੱਤਾ ਨਾ? ਮੈਂ ਕਿਹਾ, ਹਾਂਜੀ ਮੈਨੂੰ ਸਾਰੇ ਕੰਮ ਆਉਂਦੇ ਆ, ਮੈਂ ਸਾਰੇ ਕੰਮ ਵਧੀਆ ਕਰਾਂਗੀ, ਤੁਹਾਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ। ਫਿਰ ਦਾਮਣੀ ਨੇ ਕਿਹਾ ਕਿ ਕਮਲਾ ਇਸ ਨੂੰ ਘਰ ਦੇ ਕੰਮ ਕਾਜ ਚੰਗੀ ਤਰ੍ਹਾਂ ਸਮਝਾ ਦੇ, ਫਿਰ ਇਹ ਆਪਣੇ ਕੰਮ ਖੁਦ ਕਰ ਲਿਆ ਕਰੇਗੀ। ਇਹ ਕਹਿ ਕੇ ਦਾਮਣੀ ਘਰ ਤੋਂ ਬਾਹਰ ਚਲੀ ਗਈ। ਸ਼ਾਇਦ ਉਹ ਕਿਤੇ ਜਾ ਰਹੀ ਸੀ। ਅੱਜ ਬੜੇ ਸਾਲਾਂ ਬਾਅਦ ਮੈਂ ਦੀਦੀ ਦੇ ਘਰ ਗਈ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਦੀਦੀ ਆਸ-ਪਾਸ ਹੀ ਆ। ਹੁਣ ਮੈਂ ਰੋਜ਼ ਇਸ ਘਰ 'ਚ ਆਉਣ ਵਾਲੀ ਸੀ। ਮੈਂ ਘਰ ਵਿੱਚ ਨੌਕਰਾਣੀ ਦੀ ਤਰ੍ਹਾਂ ਕੰਮ ਵੀ ਕਰਦੀ ਤੇ ਦਾਮਣੀ 'ਤੇ ਨਜ਼ਰ ਵੀ ਰੱਖਦੀ ਕਿ ਉਹ ਕੀ ਕਰਦੀ ਆ। ਇੱਕ ਦਿਨ ਦਾਮਣੀ ਫੋਨ 'ਤੇ ਕਿਸੇ ਨਾਲ ਗੱਲ ਕਰ ਰਹੀ ਸੀ। ਉਹ ਆਪਣੇ ਕਮਰੇ 'ਚ ਬੈਠੀ ਸੀ ਤੇ ਮੈਂ ਕਮਰੇ ਤੋਂ ਬਾਹਰ ਖੜ੍ਹ ਕੇ ਉਸ ਦੀਆਂ ਗੱਲਾਂ ਸੁਣ ਰਹੀ ਸੀ। ਦਾਮਣੀ ਫੋਨ 'ਤੇ ਕਹਿ ਰਹੀ ਸੀ ਕਿ ਅਜੇ ਉਸ ਦੀ ਕੁੜੀ ਦੀ ਮੌਤ ਨੂੰ ਥੋੜ੍ਹਾ ਟਾਈਮ ਹੀ ਹੋਇਆ ਤੇ ਤੂੰ ਮੈਨੂੰ ਬਲੈਕਮੇਲ ਕਰਨਾ ਵੀ ਸ਼ੁਰੂ ਕਰ ਦਿੱਤਾ। ਦੇਖ, ਮੈਂ ਤੈਨੂੰ ਸਾਰੀ ਰਕਮ ਦੇ ਚੁੱਕੀ ਆ, ਫਿਰ ਤੂੰ ਮੈਨੂੰ ਪਰੇਸ਼ਾਨ ਕਿਉਂ ਕਰ ਰਿਹਾ? ਮੈਂ ਇਹ ਸਭ ਕੁਝ ਆਪਣੇ ਬੱਚਿਆਂ ਨੂੰ ਇਸ ਬੰਗਲੇ ਵਿੱਚ ਲਿਆਉਣ ਦੀ ਖਾਤਰ ਕੀਤਾ। ਅਜੇ ਉਸ ਕੁੜੀ ਦੀ ਮੌਤ ਨੂੰ 1 ਮਹੀਨਾ ਵੀ ਨਹੀਂ ਹੋਇਆ। ਇੰਨੀ ਜਲਦੀ ਮੈਂ ਆਪਣੇ ਬੱਚਿਆਂ ਨੂੰ ਇਸ ਬੰਗਲੇ ਵਿੱਚ ਨਹੀਂ ਲਿਆ ਸਕਦੀ, ਕਿਉਂਕਿ ਲੋਕਾਂ ਨੂੰ ਮੇਰੇ ਉੱਪਰ ਸ਼ੱਕ ਹੋ ਸਕਦਾ। ਅਜੇ ਥੋੜ੍ਹਾ ਵਕਤ ਲੰਘ ਜਾਣ ਦਿਓ, ਫਿਰ ਮੈਂ ਆਪਣੇ ਬੱਚਿਆਂ ਨੂੰ ਇਸ ਘਰ ਵਿੱਚ ਲਿਆਵਾਂਗੀ। ਜਦੋਂ ਤੱਕ ਇਹ ਪੂਰਾ ਬੰਗਲਾ ਮੇਰੇ ਨਾਮ ਨਹੀਂ ਹੋ ਜਾਂਦਾ, ਮੈਂ ਤੈਨੂੰ ਕੁਝ ਨਹੀਂ ਦੇ ਸਕਦੀ। ਜਦੋਂ ਮੈਂ ਤੈਨੂੰ ਤੇਰਾ ਹਿੱਸਾ ਦੇ ਚੁੱਕੀ ਆ ਤਾਂ ਤੂੰ ਵਾਪਸ ਕਿਉਂ ਆਇਆ? ਜਦੋਂ ਮੈਂ ਇਹ ਗੱਲ ਸੁਣੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਹੁਣ ਮੈਨੂੰ ਇਹ ਗੱਲ ਕਲੀਅਰ ਹੋ ਗਈ ਸੀ ਕਿ ਇਹ ਔਰਤ ਕੋਈ ਨਾ ਕੋਈ ਗੜਬੜ ਕਰ ਰਹੀ ਆ। ਖੁਸ਼ੀ ਬਾਰੇ ਕਿਸ ਨਾਲ ਗੱਲ ਕਰ ਰਹੀ ਸੀ ਤੇ ਕਿਹੜੇ ਹਿੱਸੇ ਦੀ ਗੱਲ ਕਰ ਰਹੀ ਸੀ? ਮੈਂ ਦਾਮਣੀ ਦੀਆਂ ਗੱਲਾਂ ਹੋਰ ਗੌਰ ਨਾਲ ਸੁਣਦੀ। ਉਦੋਂ ਤੱਕ ਕਮਲਾ ਆ ਗਈ। ਕਹਿਣ ਲੱਗੀ, ਤੂੰ ਮਾਲਕਨ ਦੇ ਕਮਰੇ ਦੇ ਬਾਹਰ ਕੀ ਕਰ ਰਹੀ ਆ? ਮੈਂ ਘਬਰਾ ਗਈ। ਫਿਰ ਮੈਂ ਕਿਹਾ, ਮੈਂ ਮਾਲਕਨ ਦੀ ਉਡੀਕ ਕਰ ਰਹੀ ਆ ਕਿ ਕਦੋਂ ਫੋਨ 'ਤੇ ਗੱਲ ਕਰਕੇ ਫ੍ਰੀ ਹੋਣ, ਮੈਂ ਉਹਨਾਂ ਨਾਲ ਜ਼ਰੂਰੀ ਗੱਲ ਕਰਨੀ ਆ। ਉਸ ਨੇ ਕਿਹਾ, ਅਜਿਹੀ ਕੀ ਗੱਲ ਕਰਨੀ ਆ? ਮੈਨੂੰ ਵੀ ਤਾਂ ਕੁਝ ਪਤਾ ਲੱਗੇ। ਮੈਂ ਉਸ ਨੂੰ ਕਿਹਾ ਕਿ ਮੈਂ ਆਪਣੇ ਬੱਚਿਆਂ ਦੇ ਕੱਪੜੇ ਖਰੀਦਣੇ ਆ, ਮੈਂ ਮਾਲਕਨ ਤੋਂ ਐਡਵਾਂਸ 'ਚ ਪੈਸੇ ਮੰਗਣੇ ਆ। ਕਮਲਾ ਨੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਤੇ ਹੱਥ ਫੜ ਕੇ ਮੈਨੂੰ ਆਪਣੇ ਨਾਲ ਲੈ ਗਈ
ਤੇ ਕਹਿਣ ਲੱਗੀ, ਅਜੇ ਤੈਨੂੰ ਕੰਮ ਕਰਦੀ ਨੂੰ 1 ਮਹੀਨਾ ਨਹੀਂ ਹੋਇਆ ਤੇ ਤੂੰ ਐਡਵਾਂਸ ਵਿੱਚ ਪੈਸੇ ਮੰਗ ਰਹੀ ਆ। ਇਹ ਗੱਲ ਮਾਲਕਣ ਨੂੰ ਬਿਲਕੁਲ ਪਸੰਦ ਨਹੀਂ ਆਵੇਗੀ ਤੇ ਤੈਨੂੰ ਕੰਮ ਤੋਂ ਹਟਾ ਦੇਵੇਗੀ। ਮੈਂ ਕਮਲਾ ਨੂੰ ਕਿਹਾ, ਅੱਛਾ ਠੀਕ ਆ, ਮੈਂ ਅੱਗੇ ਤੋਂ ਅਜਿਹੀ ਗੱਲ ਨਹੀਂ ਕਰਾਂਗੀ। ਫਿਰ ਮੈਂ ਕਿਚਨ 'ਚ ਕੰਮ ਕਰਨ ਦੇ ਲਈ ਚਲੀ ਗਈ। ਦਾਮਣੀ ਨੇਚਰ ਦੀ ਠੀਕ ਨਹੀਂ ਸੀ। ਉਸ ਗਵਾਂਢਣ ਨੇ ਮੈਨੂੰ ਬਿਲਕੁਲ ਸਹੀ ਦੱਸਿਆ ਸੀ। ਮੈਂ ਉਹਨਾਂ ਨੌਕਰਾਣੀਆਂ ਤੋਂ ਵੀ ਥੋੜ੍ਹੀ ਇਨਫੋਰਮੇਸ਼ਨ ਪਤਾ ਕਰਨੀ ਚਾਹੁੰਦੀ ਸੀ। ਉਹ ਨੌਕਰਾਣੀਆਂ ਮੇਰੇ ਨਾਲ ਕਿਚਨ 'ਚ ਮੌਜੂਦ ਸੀ। ਮੈਂ ਗੱਲਾਂ 'ਚ ਉਹਨਾਂ ਨੂੰ ਕਿਹਾ, ਮਾਲਕਣ ਦੇ ਹੋਰ ਵੀ ਬੱਚੇ ਆ? ਤਾਂ ਉਹਨਾਂ ਨੇ ਕਿਹਾ, ਆਪਣੇ ਕੰਮ ਨਾਲ ਕੰਮ ਰੱਖ। ਮੈਂ ਕਿਹਾ, ਨਹੀਂ, ਮੈਂ ਤਾਂ ਵੈਸੇ ਹੀ ਪੁੱਛ ਰਹੀ ਹਾਂ, ਕਿਉਂਕਿ ਮੈਂ ਸੁਣਿਆ ਥੋੜ੍ਹੀ ਦੇਰ ਪਹਿਲਾਂ ਮਾਲਕਣ ਦੀ ਬੇਟੀ ਦਾ ਕਿਸੇ ਨੇ ਕਤਲ ਕੀਤਾ। ਮਾਲਕਣ ਕਿੰਨੀ ਅਮੀਰ ਆ ਤੇ ਉਹ ਬੇਟੀ ਦੇ ਕਤਲ ਨੂੰ ਸਜ਼ਾ ਨਹੀਂ ਦਵਾ ਸਕੀ। ਦੂਜੀ ਨੌਕਰਾਣੀ ਕਹਿਣ ਲੱਗੀ, ਉਹ ਮਾਲਕਣ ਦੀ ਸਕੀ ਬੇਟੀ ਨਹੀਂ ਸੀ, ਮਾਲਕਣ ਉਸ ਦੀ ਮਤਰੇਈ ਮਾਂ ਸੀ ਤੇ ਮਤਰੇਈ ਮਾਂ ਮਤਰੇਈ ਹੁੰਦੀ ਆ। ਫਿਰ ਕਮਲਾ ਨੇ ਉਸ ਨੌਕਰਾਣੀ ਨੂੰ ਝਿੜਕਿਆ ਤੇ ਕਿਹਾ, ਤੂੰ ਵੀ ਇਸ ਤਰ੍ਹਾਂ ਦੀ ਹੋ ਗਈ, ਫਜ਼ੂਲ ਦੇ ਸਵਾਲ ਜਵਾਬ ਕਰਨ ਲੱਗ ਗਈਆਂ। ਚੁੱਪ-ਚਾਪ ਆਪਣੇ ਕੰਮ ਵੱਲ ਧਿਆਨ ਦਿਓ। ਮੈਂ ਤੁਹਾਡੀ ਸ਼ਿਕਾਇਤ ਮਾਲਕਣ ਨੂੰ ਕਰ ਦੇਵਾਂਗੀ ਤਾਂ ਉਹ ਤੁਹਾਨੂੰ ਨੌਕਰੀ ਤੋਂ ਕੱਢ ਦੇਵੇਗੀ। ਮੈਂ ਕਿਹਾ, ਅੱਛਾ ਬਾਬਾ, ਠੀਕ ਆ, ਮਾफ़ ਕਰ ਦੇ, ਅੱਗੇ ਤੋਂ ਅਜਿਹੀ ਕੋਈ ਗੱਲ ਨਹੀਂ ਕਰਦੀ। ਉਹ ਕਮਲਾ ਬਹੁਤ ਚਲਾਕ ਸੀ। ਸ਼ਾਇਦ ਉਹ ਦਾਮਣੀ ਬਾਰੇ ਸਭ ਕੁਝ ਜਾਣਦੀ ਸੀ, ਪਰ ਮੈਂ ਕਮਲਾ ਤੋਂ ਵੀ 2 ਕਦਮ ਅੱਗੇ ਸੀ। ਕਮਲਾ ਨੂੰ ਮਾਲਕਣ ਨੇ ਆਪਣੇ ਘਰ ਦੇ ਪਿੱਛੇ ਕੁਆਟਰ ਬਣਾ ਕੇ ਦਿੱਤਾ ਸੀ। ਕਮਲਾ ਉਸ 'ਚ ਰਹਿੰਦੀ ਸੀ, ਜਦ ਕਿ ਮੈਨੂੰ ਤੇ ਦੂਜੀ ਨੌਕਰਾਣੀ ਨੂੰ ਘਰ ਵਾਪਸ ਜਾਣਾ ਪੈਂਦਾ ਸੀ। ਮੈਨੂੰ ਉੱਥੇ ਰਹਿੰਦੇ ਬਹੁਤ ਦਿਨ ਹੋ ਗਏ, ਪਰ ਉਸ ਫੋਨ ਵਾਲੀ ਗੱਲ ਤੋਂ ਇਲਾਵਾ ਮੈਨੂੰ ਕੁਝ ਵੀ ਪਤਾ ਨਹੀਂ ਲੱਗਿਆ। ਇੱਕ ਦਿਨ ਫਿਰ ਮੈਂ ਦਾਮਣੀ ਨੂੰ ਕਿਸੇ ਨਾਲ ਫੋਨ 'ਤੇ ਗੱਲ ਕਰਦੇ ਸੁਣਿਆ। ਦਾਮਣੀ ਬਹੁਤ ਪਰੇਸ਼ਾਨ ਸੀ, ਕਮਰੇ 'ਚ ਟਹਿਲ ਰਹੀ ਸੀ ਤੇ ਉੱਚੀ ਆਵਾਜ਼ ਵਿੱਚ ਬੋਲ ਰਹੀ ਸੀ ਕਿ ਤੂੰ ਮੈਨੂੰ ਬਹੁਤ ਪਰੇਸ਼ਾਨ ਕਰ ਰਿਹਾ, ਤੂੰ ਤਾਂ ਮੇਰੇ ਪਿੱਛੇ ਹੀ ਪੈ ਗਿਆ। ਮੈਂ ਤੇਰੀ ਸ਼ਿਕਾਇਤ ਪੁਲਿਸ ਨੂੰ ਕਰ ਦੇਵਾਂਗੀ ਕਿ ਤੂੰ ਖੁਸ਼ੀ ਦਾ ਕਤਲ ਕੀਤਾ। ਉਸ ਦੀ ਗੱਲ ਸੁਣ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਇਸ ਦਾ ਮਤਲਬ ਦਾਮਣੀ ਨੇ ਕਿਸੇ ਤੋਂ ਖੁਸ਼ੀ ਨੂੰ ਮਰਵਾਇਆ। ਫਿਰ ਦਾਮਣੀ ਨੇ ਕਿਹਾ ਕਿ ਅੱਛਾ ਠੀਕ ਆ, ਸ਼ਾਮ ਨੂੰ ਆ ਜਾਵੀਂ, ਮੈਂ ਤੈਨੂੰ 10 ਲੱਖ ਰੁਪਈਏ ਦੇਵਾਂਗੀ, ਪਰ ਇਹ ਲਾਸਟ ਹੋਵੇਗਾ, ਉਸ ਤੋਂ ਬਾਅਦ ਮੈਂ ਤੈਨੂੰ 1 ਰੁਪਈਆ ਨਹੀਂ ਦੇਵਾਂਗੀ। ਹੁਣ ਮੈਨੂੰ ਸਾਰੀ ਖੇਡ ਸਮਝ ਵਿੱਚ ਆ ਗਈ ਤੇ ਮੈਂ ਸੋਚ ਲਿਆ ਕਿ ਅੱਜ ਮੈਂ ਕੀ ਕਰਨਾ। ਦਾਮਣੀ ਨੇ ਉਸ ਨੂੰ ਸ਼ਾਮ 5 ਵਜੇ ਆਉਣ ਦਾ ਕਿਹਾ ਸੀ। ਦੁਪਹਿਰ ਦੇ 3 ਵੱਜ ਚੁੱਕੇ ਸੀ। ਉਸ ਆਦਮੀ ਦੇ ਆਉਣ 'ਚ 2 ਘੰਟੇ ਰਹਿ ਗਏ। ਸਾਨੂੰ ਤਿੰਨਾਂ ਨੌਕਰਾਣੀਆਂ ਨੂੰ ਸ਼ਾਮ ਤੱਕ ਘਰ ਵਿੱਚੋਂ ਨਿਕਲਣ ਦੀ ਪਰਮਿਸ਼ਨ ਨਹੀਂ ਸੀ। ਮੈਂ ਉਹਨਾਂ ਨੌਕਰਾਣੀਆਂ ਦੇ ਸਾਹਮਣੇ ਮੋਬਾਈਲ 'ਤੇ ਗੱਲ ਨਹੀਂ ਕਰ ਸਕਦੀ ਸੀ। ਉਹ ਮਾਲਕਣ ਦੀ ਬਹੁਤ ਪਹਿਰੇਦਾਰੀ ਕਰਦੀਆਂ। ਉਹਨਾਂ ਨੂੰ ਨਹੀਂ ਪਤਾ ਸੀ ਕਿ ਮੇਰੇ ਕੋਲ ਛੋਟਾ ਮਲਟੀਮੀਡੀਆ ਫੋਨ ਆ। ਮੈਂ ਉਸ ਨੂੰ ਆਪਣੇ ਦੁਪੱਟੇ 'ਚ ਛੁਪਾ ਕੇ ਰੱਖਦੀ ਸੀ। ਫਿਰ ਮੈਂ ਵਾਸ਼ਰੂਮ 'ਚ ਜਾ ਕੇ ਆਪਣੇ ਭਰਾ ਨੂੰ ਮੈਸੇਜ ਕਰ ਦਿੱਤਾ ਤੇ ਸਭ ਕੁਝ ਦੱਸ ਦਿੱਤਾ ਕਿ ਅੱਜ ਉਹ ਆਦਮੀ ਦਾਮਣੀ ਕੋਲ ਸ਼ਾਮ ਨੂੰ 5 ਵਜੇ ਪੈਸੇ ਲੈਣ ਆਵੇਗਾ ਤੇ ਤੂੰ ਪੁਲਿਸ ਲੈ ਕੇ ਦਾਮਣੀ ਦੇ ਘਰ ਪਹੁੰਚ ਜਾਈਂ। ਆਪਾਂ ਉਸ ਆਦਮੀ ਨੂੰ ਅਰੈਸਟ ਕਰਵਾ ਸਕਦੇ ਹਾਂ। ਸ਼ਾਮ ਦੇ 5 ਵੱਜ ਗਏ। ਦਾਮਣੀ ਬਹੁਤ ਪਰੇਸ਼ਾਨ ਲੱਗ ਰਹੀ ਸੀ ਕਿਉਂਕਿ ਉਹ ਆਦਮੀ ਉਸ ਨੂੰ ਬਲੈਕਮੇਲ ਕਰਦਾ ਸੀ। ਉਸਨੇ ਨੋਟਾਂ ਨਾਲ ਭਰ ਕੇ ਬੈਗ ਰੱਖ ਲਿਆ ਸੀ। ਜਦੋਂ ਆਦਮੀ ਘਰ ਆਇਆ ਤਾਂ ਉਹ ਆਪਸ 'ਚ ਗੱਲਬਾਤ ਕਰ ਰਹੇ ਸੀ। ਫਿਰ ਅਚਾਨਕ ਪੁਲਿਸ ਘਰ ਦੇ ਅੰਦਰ ਆ ਗਈ। ਦਾਮਣੀ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕੀ ਹੋ ਰਿਹਾ। ਦਾਮਣੀ ਨੇ ਪੁੱਛਿਆ, ਤੁਸੀਂ ਇੱਥੇ ਕੀ ਕਰ ਰਹੇ ਹੋ? ਕਿਉਂਕਿ ਪੁਲਿਸ ਵਿੱਚ ਮਹਿਲਾ ਕਾਂਸਟੇਬਲ ਵੀ ਆਈਆਂ ਸੀ। ਉਹਨਾਂ ਨੇ ਦਾਮਣੀ ਨੂੰ ਅਰੈਸਟ ਕਰਨਾ ਸੀ। ਦਾਮਣੀ ਉੱਚੀ ਰੌਲਾ ਪਾ ਰਹੀ ਸੀ ਕਿ ਤੁਸੀਂ ਮੇਰੇ ਘਰ ਵਿੱਚ ਕੀ ਕਰ ਰਹੇ ਹੋ? ਫਿਰ ਪੁਲਿਸ ਨੇ ਕਿਹਾ ਕਿ ਤੂੰ ਇਸ ਆਦਮੀ ਤੋਂ ਖੁਸ਼ੀ ਦਾ ਕਤਲ ਕਰਵਾਇਆ। ਪੁਲਿਸ ਨੇ ਉਸ ਆਦਮੀ ਨੂੰ ਵੀ ਅਰੈਸਟ ਕਰ ਲਿਆ ਤੇ ਦਾਮਣੀ ਨੂੰ ਵੀ। ਮੇਰਾ ਭਰਾ ਵੀ ਪੁਲਿਸ ਦੇ ਨਾਲ ਆਇਆ ਸੀ। ਅਸੀਂ ਦੋਨੋਂ ਭੈਣ ਭਰਾ ਖੜੇ ਇਹ ਸਭ ਕੁਝ ਦੇਖ ਰਹੇ ਸੀ। ਦਾਮਣੀ ਦੇ ਚਿਹਰੇ ਦਾ ਰੰਗ ਉੱਡ ਗਿਆ। ਉਹ ਅਜੇ ਵੀ ਝੂਠ ਬੋਲ ਰਹੀ ਸੀ ਕਿ ਮੈਂ ਕੁਝ ਨਹੀਂ ਕੀਤਾ। ਤਾਂ ਮਹਿਲਾ ਪੁਲਿਸ ਨੇ ਦਾਮਣੀ ਦੇ ਮੂੰਹ 'ਤੇ ਥੱਪੜ ਮਾਰਿਆ ਤੇ ਕਿਹਾ, ਫਿਰ ਇਹ ਸਭ ਕੁਝ ਕੀ ਆ? ਤੂੰ ਇਹ ਆਦਮੀ ਨੂੰ ਇੰਨੇ ਪੈਸੇ ਕਿਉਂ ਦੇ ਰਹੀ ਆ? ਦਾਮਣੀ ਮਹਿਲਾ ਪੁਲਿਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ। ਦਾਮਣੀ ਕੋਲ ਕੋਈ ਵੀ ਜਵਾਬ ਨਹੀਂ ਸੀ। ਉਹ ਬੁਰੀ ਤਰ੍ਹਾਂ ਘਬਰਾ ਰਹੀ ਸੀ। ਪੁਲਿਸ ਇੰਸਪੈਕਟਰ ਨੇ ਕਿਹਾ ਕਿ ਇਹਨਾਂ ਦੋਹਾਂ ਨੂੰ ਪੁਲਿਸ ਸਟੇਸ਼ਨ ਲੈ ਚੱਲੋ, ਸਭ ਕੁਝ ਦੱਸ ਦੇਣਗੇ। ਦਾਮਣੀ ਉੱਚੀ ਰੌਲਾ ਪਾ ਰਹੀ ਸੀ ਕਿ ਤੁਸੀਂ ਕੀ ਕਰ ਰਹੇ ਹੋ? ਤੁਸੀਂ ਕਿਸ ਨੂੰ ਬੁਲਾਇਆ? ਫਿਰ ਮੈਂ ਅੱਗੇ ਆ ਕੇ ਕਿਹਾ, ਮੈਂ ਪੁਲਿਸ ਨੂੰ ਬੁਲਾਇਆ। ਮੇਰੇ ਵੱਲ ਦੇਖ ਕੇ ਉਹ ਦੰਗ ਰਹਿ ਗਈ। ਮੈਂ ਕਿਹਾ, ਹਾਂ ਮੈਂ ਜਾਣਦੀ ਹਾਂ, ਮੇਰੀ ਭਾਣਜੀ ਨੂੰ ਤੂੰ ਮਰਵਾਇਆ, ਪਰ ਕਿਉਂ ਮਰਵਾਇਆ? ਹੁਣ ਉਹ ਵੀ ਦੱਸ ਦੇ। ਉਸਨੇ ਕਿਹਾ, ਤੂੰ ਕੌਣ? ਮੈਂ ਉਸ ਨੂੰ ਕਿਹਾ ਕਿ ਮੈਂ ਖੁਸ਼ੀ ਦੀ ਮਾਸੀ ਹਾਂ, ਉਸ ਦੀ ਮਾਂ ਦੀ ਸਕੀ ਭੈਣ। ਮੈਂ ਉਸ ਦਿਨ ਵੀ ਆਈ ਸੀ ਜਿਸ ਦਿਨ ਖੁਸ਼ੀ ਦਾ ਕਤਲ ਹੋਇਆ ਸੀ, ਪਰ ਮੈਂ ਜਾਣਨਾ ਚਾਹੁੰਦੀ ਸੀ ਕਿ ਖੁਸ਼ੀ ਦਾ ਕਤਲ ਕਿਉਂ ਅਤੇ ਕਿਸ ਨੇ ਕਰਵਾਇਆ। ਇਸ ਲਈ ਮੈਂ ਨੌਕਰਾਣੀ ਬਣ ਕੇ ਤੇਰੇ ਘਰ ਪਹੁੰਚ ਗਈ। ਫਿਰ ਮੈਂ ਤੈਨੂੰ ਫੋਨ 'ਤੇ ਗੱਲ ਕਰਦੇ ਸੁਣਿਆ ਤਾਂ ਮੇਰਾ ਸ਼ੱਕ ਯਕੀਨ 'ਚ ਬਦਲ ਗਿਆ। ਜੋ ਇਨਸਾਨ ਤੈਨੂੰ ਬਲੈਕਮੇਲ ਕਰ ਰਿਹਾ ਸੀ, ਮੈਨੂੰ ਉਡੀਕ ਸੀ ਕਿ ਇਨਸਾਨ ਮੈਨੂੰ ਕਦੋਂ ਮਿਲੇ
ਤੇ ਮੈਂ ਕਦੋਂ ਪਤਾ ਕਰਾਂ ਕਿ ਮੇਰੀ ਭਾਣਜੀ ਨੂੰ ਕਿਉਂ ਮਰਵਾਇਆ, ਕਿਉਂਕਿ ਤੂੰ ਤਾਂ ਪੁਲਿਸ ਨੂੰ ਦੱਸਣ ਵਾਲੀ ਨਹੀਂ। ਫਿਰ ਮੈਂ ਸੋਚਿਆ ਕਿ ਜਦੋਂ ਤੂੰ ਇਸ ਇਨਸਾਨ ਨੂੰ ਪੈਸੇ ਦੇਵੇਂਗੀ ਮੈਂ ਉਦੋਂ ਪੁਲਿਸ ਨੂੰ ਬੁਲਾ ਲਵਾਂਗੀ। ਫਿਰ ਤੈਨੂੰ ਦੱਸਣਾ ਪਵੇਗਾ ਕਿ ਤੂੰ ਕਿਸ ਚੀਜ਼ ਦੇ ਇਸ ਇਨਸਾਨ ਨੂੰ ਇੰਨੇ ਪੈਸੇ ਦੇ ਰਹੀ ਆਂ, ਇਹ ਤੈਨੂੰ ਬਲੈਕਮੇਲ ਕਿਉਂ ਕਰ ਰਿਹਾ। ਪਰ ਦਾਮਣੀ ਕੋਲ ਅਜੇ ਵੀ ਕੋਈ ਜਵਾਬ ਨਹੀਂ ਸੀ। ਫਿਰ ਮਹਿਲਾ ਪੁਲਿਸ ਨੇ ਉਸ ਦੇ ਮੂੰਹ ਤੇ 2-3 ਥੱਪੜ ਮਾਰੇ ਤੇ ਸੱਚ ਬੋਲਣ ਲਈ ਕਿਹਾ। ਇਸ ਵਾਰ ਦਾਮਣੀ ਰੋਣ ਲੱਗ ਗਈ ਤੇ ਸੱਚ ਦੱਸਣ ਲਈ ਤਿਆਰ ਹੋ ਗਈ, ਕਿਉਂਕਿ ਉਸ ਕੋਲ ਸੱਚ ਬੋਲਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ। ਉਸਨੇ ਕਿਹਾ, ਮੈਂ ਇੱਕ ਗਰੀਬ ਪਰਿਵਾਰ ਵਿੱਚੋਂ ਆ, ਮੇਰੇ ਆਪਣੇ ਵੀ 2 ਬੱਚੇ ਆ। ਮੇਰੇ ਪਤੀ ਨੇ ਮੇਰੇ ਨਾਲ ਵਿਆਹ ਕਰਵਾ ਕੇ ਮੈਨੂੰ ਸਹਾਰਾ ਦਿੱਤਾ ਤੇ ਮੈਂ ਆਪਣੇ ਬੱਚਿਆਂ ਨੂੰ ਵੀ ਐਸ਼ ਕਰਾਉਣਾ ਚਾਹੁੰਦੀ ਸੀ। ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰਾ ਵਿਆਹ ਬਹੁਤ ਅਮੀਰ ਆਦਮੀ ਨਾਲ ਹੋ ਰਿਹਾ ਤਾਂ ਮੈਂ ਆਪਣੇ ਦੋਹਾਂ ਬੱਚੇ ਛੁਪਾ ਦਿੱਤੇ। ਪਰ ਹੁਣ ਮੈਂ ਆਪਣੇ ਬੱਚਿਆਂ ਨੂੰ ਚੰਗੀ ਜ਼ਿੰਦਗੀ ਦੇਣਾ ਚਾਹੁੰਦੀ ਸੀ। ਮੈਂ ਆਪਣੇ ਪਤੀ ਨੂੰ ਬਿਨਾਂ ਦੱਸੇ ਚੋਰੀ ਛਿਪੇ ਆਪਣੇ ਬੱਚਿਆਂ ਨੂੰ ਮਿਲਣ ਜਾਂਦੀ। ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਪਤੀ ਦੀ ਤਾਂ ਪਹਿਲਾਂ ਹੀ ਆਪਣੀ ਬੇਟੀ ਆ, ਮੈਂ ਜਾਣਦੀ ਸੀ ਕਿ ਉਸਨੇ ਸਭ ਕੁਝ ਆਪਣੀ ਬੇਟੀ ਦੇ ਨਾਮ ਕਰ ਦਿੱਤਾ ਹੋਵੇਗਾ। ਵਿਆਹ ਤੋਂ ਬਾਅਦ ਮੈਂ ਆਪਣੇ ਸਾਰੇ ਸ਼ੌਂਕ ਪੂਰੇ ਕਰਦੀ, ਬਹੁਤ ਪੈਸੇ ਖਰਚਦੀ, ਚੋਰੀ ਆਪਣੇ ਬੱਚਿਆਂ ਨੂੰ ਵੀ ਪੈਸੇ ਦਿੰਦੀ, ਉਹਨਾਂ ਦੀਆਂ ਸਾਰੀਆਂ ਖਵਾਇਸ਼ਾਂ ਪੂਰੀਆਂ ਕਰਦੀ। ਪਰ ਜਦੋਂ ਮੇਰੇ ਪਤੀ ਨੂੰ ਇਸ ਹਰਕਤ ਦਾ ਪਤਾ ਲੱਗਿਆ ਤਾਂ ਉਹ ਮੇਰੇ ਨਾਲ ਨਾਰਾਜ਼ ਰਹਿਣ ਲੱਗੇ ਕਿ ਮੇਰੀ ਪਹਿਲੀ ਪਤਨੀ ਅਜਿਹੀ ਬਿਲਕੁਲ ਨਹੀਂ ਸੀ ਤੇ ਨਾ ਹੀ ਮੇਰੀ ਬੇਟੀ ਇਸ ਤਰ੍ਹਾਂ ਦੀ ਆ, ਪਰ ਤੂੰ ਬਹੁਤ ਫਜ਼ੂਲ ਖਰਚਾ ਕਰਦੀ ਆ। ਹੌਲੀ ਹੌਲੀ ਖੁਸ਼ੀ ਵੀ ਜਵਾਨ ਹੋ ਰਹੀ ਸੀ ਤੇ ਮੈਂ ਜਾਣਦੀ ਸੀ ਖੁਸ਼ੀ ਦਾ ਵਿਆਹ ਹੋਵੇਗਾ ਤਾਂ ਸਭ ਕੁਝ ਉਸਦਾ ਹੋ ਜਾਵੇਗਾ। ਮੈਂ ਵਿਆਹ ਤੋਂ ਬਾਅਦ ਆਪਣੇ ਪਤੀ ਦੇ ਕਦੀ ਸੇਵਾ ਨਹੀਂ ਕੀਤੀ, ਕਿਉਂਕਿ ਮੈਂ ਪਹਿਲਾਂ ਬਹੁਤ ਗਰੀਬ ਸੀ। ਹੁਣ ਮੇਰੇ ਕੋਲ ਬਹੁਤ ਸਾਰਾ ਪੈਸਾ ਆ ਚੁੱਕਿਆ ਸੀ। ਮੈਂ ਹਰ ਸਮੇਂ ਪੈਸਾ ਖਰਚਣ 'ਚ ਹੀ ਲੱਗੀ ਰਹਿੰਦੀ। ਫਿਰ ਕੁਝ ਟਾਈਮ ਬਾਅਦ ਮੇਰੇ ਪਤੀ ਬਹੁਤ ਬਿਮਾਰ ਹੋ ਗਏ। ਉਸ ਵਕਤ ਵੀ ਮੈਂ ਉਹਨਾਂ ਦੀ ਕੋਈ ਸੇਵਾ ਨਹੀਂ ਕੀਤੀ। ਪਰ ਮੈਨੂੰ ਪਤਾ ਲੱਗਿਆ ਕਿ ਮੇਰਾ ਪਤੀ ਕੁਝ ਦਿਨਾਂ ਦਾ ਹੀ ਮਹਿਮਾਨ ਆ ਤਾਂ ਮੈਂ ਖੁਸ਼ੀ ਨਾਲ ਵਧੀਆ ਬਿਹੇਵ ਕਰਦੀ। ਪਰ ਖੁਸ਼ੀ ਬਹੁਤ ਚੰਗੀ ਸੀ, ਉਹ ਸਭ ਨੂੰ ਇਹੀ ਕਹਿੰਦੀ ਕਿ ਮੇਰੀ ਮਤਰੇਈ ਮਾਂ ਮੇਰੇ ਨਾਲ ਵਧੀਆ ਬਿਹੇਵ ਕਰਦੀ ਆ, ਜਦ ਕਿ ਮੈਨੂੰ ਤਾਂ ਆਪਣੇ ਤੇ ਆਪਣੇ ਬੱਚਿਆਂ ਤੋਂ ਫੁਰਸਤ ਨਹੀਂ ਸੀ। ਮੈਂ ਉਹਨਾਂ ਦੋਹਾਂ ਬਾਪ ਬੇਟੀ ਨੂੰ ਦੇਖ ਸਕਾਂ, ਮੈਂ ਤਾਂ ਸਿਰਫ ਆਪਣਾ ਤੇ ਆਪਣੇ ਬੱਚਿਆਂ ਬਾਰੇ ਹੀ ਸੋਚਦੀ। ਮੇਰੇ ਪਹਿਲੇ ਪਤੀ ਦੀ ਮੌਤ ਹੋ ਗਈ ਤੇ ਹੁਣ ਮੈਂ ਆਪਣੇ ਦੂਜੇ ਪਤੀ ਦੀ ਸਾਰੀ ਪ੍ਰਾਪਰਟੀ ਆਪਣੇ ਬੱਚਿਆਂ ਦੇ ਨਾਮ ਕਰਨਾ ਚਾਹੁੰਦੀ ਸੀ। ਫਿਰ ਇੱਕ ਦਿਨ ਮੇਰਾ ਪਤੀ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ, ਜਿਸ ਦਿਨ ਦਾ ਮੈਂ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੀ ਸੀ, ਕਿਉਂਕਿ ਮੈਂ ਜਾਣਦੀ ਸੀ ਕਿ ਮੇਰੇ ਪਤੀ ਨੇ ਸਾਰੀ ਪ੍ਰਾਪਰਟੀ ਆਪਣੀ ਬੇਟੀ ਖੁਸ਼ੀ ਦੇ ਨਾਮ ਕਰ ਦਿੱਤੀ ਆ। ਹੁਣ ਮੈਂ ਖੁਸ਼ੀ ਨੂੰ ਵੀ ਆਪਣੇ ਰਸਤੇ ਤੋਂ ਹਟਾਉਣਾ ਚਾਹੁੰਦੀ ਸੀ। ਇਸ ਲਈ ਮੈਂ ਉਸ ਰਾਤ ਪਲਾਨ ਬਣਾਇਆ। ਵਿਆਹ ਦਾ ਬਹਾਨਾ ਬਣਾ ਕੇ ਮੈਂ ਘਰੋਂ ਚਲੀ ਗਈ ਤੇ ਘਰ ਦੇ ਨੌਕਰਾਂ ਨੂੰ ਛੁੱਟੀ ਕਰ ਦਿੱਤੀ। ਇਹ ਆਦਮੀ ਕਿਲਰ ਆ। ਮੈਂ ਇਸ ਨੂੰ ਪੈਸੇ ਦੇ ਕੇ ਖੁਸ਼ੀ ਨੂੰ ਮਾਰਨ ਲਈ ਕਿਹਾ। ਫਿਰ ਇਸ ਆਦਮੀ ਨੇ ਖੁਸ਼ੀ ਨੂੰ ਮਾਰ ਦਿੱਤਾ। ਉਸ ਦਿਨ ਮੈਂ ਘਰ 'ਚ ਪੁਲਿਸ ਨੂੰ ਨਹੀਂ ਬੁਲਾਇਆ ਸੀ, ਪਰ ਲੋਕਾਂ ਨੂੰ ਇਹ ਲੱਗਦਾ ਸੀ ਕਿ ਮੈਂ ਪੁਲਿਸ ਬੁਲਾਈ ਆ, ਕਿਉਂਕਿ ਜੇ ਮੈਂ ਪੁਲਿਸ ਬੁਲਾਉਂਦੀ ਤਾਂ ਪੁਲਿਸ ਦੀ ਤਫਤੀਸ਼ ਤੋਂ ਬਾਅਦ ਅਸਲੀ ਕਾਤਲ ਦਾ ਪਤਾ ਲੱਗ ਜਾਣਾ ਸੀ ਤੇ ਮੇਰਾ ਸੱਚ ਵੀ ਖੁੱਲ੍ਹ ਕੇ ਸਾਹਮਣੇ ਆ ਜਾਣਾ ਸੀ। ਉਸ ਦਿਨ ਜੋ ਪੁਲਿਸ ਆਈ ਸੀ ਉਹ ਪੁਲਿਸ ਨਹੀਂ ਬਲਕਿ 2 ਐਕਟਰ ਸੀ, ਜਿਨ੍ਹਾਂ ਨੂੰ ਪੈਸੇ ਦੇ ਕੇ ਮੈਂ ਬੁਲਾਇਆ ਸੀ ਤਾਂ ਕਿ ਆਸ-ਪਾਸ ਦੇ ਲੋਕਾਂ ਤੇ ਰਿਸ਼ਤੇਦਾਰਾਂ ਨੂੰ ਲੱਗੇ ਕਿ ਪੁਲਿਸ ਤਫਤੀਸ਼ ਕਰਕੇ ਚਲੀ ਗਈ। ਸੱਚਮੁੱਚ ਦਾਮਣੀ ਬਹੁਤ ਚਲਾਕ ਔਰਤ ਸੀ। ਉਹ ਆਪਣੀ ਪੂਰੀ ਗੱਲ ਸਭ ਨੂੰ ਦੱਸ ਚੁੱਕੀ ਸੀ ਤੇ ਉਹ ਆਦਮੀ ਵੀ ਆਪਣਾ ਗੁਨਾਹ ਕਬੂਲ ਕਰ ਚੁੱਕਿਆ ਸੀ ਕਿ ਮੈਂ ਦਾਮਣੀ ਦੇ ਕਹਿਣ ਤੇ ਖੁਸ਼ੀ ਦਾ ਕਤਲ ਕੀਤਾ। ਉਸਨੇ ਕਿਹਾ ਕਿ ਮੈਂ ਮਾਮੂਲੀ ਜਿਹਾ ਕਿਲਰ ਤੇ ਥੋੜੇ ਪੈਸੇ ਲਈ ਹੀ ਲੋਕਾਂ ਦੇ ਕਹਿਣ ਤੇ ਕਤਲ ਕਰ ਦਿੰਨਾ। ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਦਾਮਣੀ ਬਹੁਤ ਅਮੀਰ ਔਰਤ ਆ, ਫਿਰ ਮੈਂ ਇਸ ਨਾਲ ਬਿਜ਼ਨਸ ਕਰਨ ਲੱਗ ਗਿਆ। ਵਾਰ-ਵਾਰ ਪੈਸੇ ਲਈ ਇਸ ਨੂੰ ਬਲੈਕਮੇਲ ਕਰਦਾ ਕਿ ਮੈਂ ਸਭ ਕੁਝ ਪੁਲਿਸ ਨੂੰ ਦੱਸ ਦੇਵਾਂਗਾ, ਨਹੀਂ ਤਾਂ ਮੈਨੂੰ ਹੋਰ ਪੈਸੇ ਚਾਹੀਦੇ ਆ। ਦਾਮਣੀ ਡਰ ਜਾਂਦੀ, ਮੈਨੂੰ ਪੈਸੇ ਦੇ ਦਿੰਦੀ। ਇਸ ਵਾਰ ਵੀ ਮੈਂ ਦਾਮਣੀ ਨੂੰ ਬਲੈਕਮੇਲ ਕੀਤਾ ਤੇ ਉਹ ਮੈਨੂੰ 10 ਲੱਖ ਰੁਪਈਆ ਦੇਣ ਲਈ ਤਿਆਰ ਹੋ ਗਈ। ਦਾਮਣੀ ਬਹੁਤ ਰੋ ਰਹੀ ਸੀ, ਤੜਫ ਰਹੀ ਸੀ ਤੇ ਕਹਿ ਰਹੀ ਸੀ ਕਿ ਮੈਨੂੰ ਮਾफ़ ਕਰ ਦਿਓ, ਪਰ ਉਸ ਦੀ ਗਲਤੀ ਮਾफ़ ਕਰਨ ਦੇ ਲਾਇਕ ਨਹੀਂ ਸੀ। ਦਾਮਣੀ ਅਤੇ ਉਸ ਆਦਮੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਗਈ। ਉਹ ਆਪਣੇ ਪਲਾਨ 'ਚ ਕਾਮਯਾਬ ਨਹੀਂ ਹੋਈ। ਉਸਨੇ ਪ੍ਰਾਪਰਟੀ ਲਈ ਮੇਰੀ ਭਾਣਜੀ ਨੂੰ ਮਰਵਾਇਆ। ਪਰ ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਮੇਰੇ ਜੀਜਾ ਜੀ ਦੀ ਸਾਰੀ ਪ੍ਰਾਪਰਟੀ ਕਿਸੇ ਟਰਸਟ ਦੇ ਹਵਾਲੇ ਕਰ ਦਿੱਤੀ ਗਈ। ਮੈਂ ਵਕੀਲ ਤੋਂ ਸਾਰੀ ਇਨਫੋਰਮੇਸ਼ਨ ਕਢਾਈ ਤੇ ਮੈਨੂੰ ਪਤਾ ਲੱਗਿਆ ਕਿ ਜੀਜਾ ਜੀ ਨੇ ਮਰਨ ਤੋਂ ਪਹਿਲਾਂ ਆਪਣੀ ਸਾਰੀ ਪ੍ਰਾਪਰਟੀ ਖੁਸ਼ੀ ਦੇ ਨਾਮ ਕਰ ਦਿੱਤੀ ਸੀ ਤੇ ਵਸੀਅਤਨਾਮੇ ਵਿੱਚ ਲਿਖਿਆ ਸੀ ਕਿ ਮੇਰੀ ਸਾਰੀ ਪ੍ਰਾਪਰਟੀ ਮੇਰੀ ਬੇਟੀ ਦੀ ਆ, ਕਿਉਂਕਿ ਮੇਰੀ ਮੌਤ ਤੋਂ ਬਾਅਦ ਪਤਾ ਨਹੀਂ ਮੇਰੀ ਪਤਨੀ ਦਾਮਣੀ ਦਾ ਮੇਰੀ ਬੇਟੀ ਨਾਲ ਬਿਹੇਵੀਅਰ ਕਿਸ ਤਰ੍ਹਾਂ ਹੋਵੇਗਾ, ਕਿਉਂਕਿ ਮੈਨੂੰ ਆਪਣੀ ਦੂਸਰੀ ਪਤਨੀ ਬਿਲਕੁਲ ਵੀ ਪਸੰਦ ਨਹੀਂ। ਉਸ ਦਾ ਮੇਰੀ ਬੇਟੀ ਨਾਲ ਵੀ ਬਿਹੇਵੀਅਰ ਵਧੀਆ ਨਹੀਂ। ਉਹ ਮੇਰੀ ਬੇਟੀ ਨੂੰ ਆਪਣੀ ਬੇਟੀ ਨਹੀਂ ਸਮਝਦੀ। ਇਸ ਲਈ ਮੈਂ ਸਭ ਕੁਝ ਆਪਣੀ ਬੇਟੀ ਦੇ ਨਾਮ ਕਰ ਰਿਹਾ ਤਾਂ ਜੋ ਅੱਗੇ ਜਾ ਕੇ ਮੇਰੀ ਬੇਟੀ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਪਰ ਜੇ ਮੇਰੀ ਬੇਟੀ ਨਾਲ ਕੋਈ ਹਾਦਸਾ ਹੁੰਦਾ ਤਾਂ ਮੈਂ ਆਪਣੀ ਸਾਰੀ ਪ੍ਰਾਪਰਟੀ ਟਰਸਟ ਦੇ ਹਵਾਲੇ ਕਰ ਰਿਹਾ।
ਉਸ ਵਿੱਚੋਂ ਫੁੱਟੀ ਕੌੜੀ ਵੀ ਮੇਰੀ ਪਤਨੀ ਨੂੰ ਨਹੀਂ ਮਿਲੇਗੀ। ਟਰੱਸਟ ਦੇ ਪ੍ਰਬੰਧਕ ਜੀਜਾ ਜੀ ਦੀ ਪ੍ਰਾਪਰਟੀ ਨਾਲ ਗਰੀਬ ਬੱਚਿਆਂ ਦੀ ਮਦਦ ਕਰਦੇ ਸੀ। ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ, ਪਰ ਓਨਾ ਹੀ ਅਫਸੋਸ ਹੋਇਆ ਕਿ ਜਿਸ ਪ੍ਰਾਪਰਟੀ ਲਈ ਦਾਮਣੀ ਨੇ ਮੇਰੀ ਭਾਣਜੀ ਨੂੰ ਮਰਵਾ ਦਿੱਤਾ, ਉਹ ਪ੍ਰਾਪਰਟੀ ਤਾਂ ਖੁਸ਼ੀ ਦੇ ਮਰਨ ਤੋਂ ਬਾਅਦ ਵੀ ਦਾਮਣੀ ਨੂੰ ਨਹੀਂ ਮਿਲਣੀ ਸੀ। ਇਹ ਸਭ ਕੁਝ ਦੱਸਣ ਦੇ ਲਈ ਮੈਂ ਜੇਲ੍ਹ 'ਚ ਦਾਮਣੀ ਨੂੰ ਮਿਲਣ ਗਈ। ਦਾਮਣੀ ਮੇਰੀ ਗੱਲ ਸੁਣ ਕੇ ਸਿਰ ਫੜ ਕੇ ਬੈਠ ਗਈ ਤੇ ਮੈਨੂੰ ਰਿਕੁਐਸਟ ਕਰਨ ਲੱਗੀ ਕਿ ਪਲੀਜ਼ ਮੈਨੂੰ ਜੇਲ੍ਹ 'ਚੋਂ ਬਾਹਰ ਕਢਵਾ ਦਿਓ। ਪਰ ਮੈਂ ਤਾਂ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣੀ ਚਾਹੁੰਦੀ ਸੀ, ਜੋ ਲਾਲਚ ਵਿੱਚ ਇਸ ਹੱਦ ਤੱਕ ਗਿਰ ਗਈ ਕਿ ਉਸਨੇ ਮੇਰੀ ਮਾਸੂਮ ਭਾਣਜੀ ਦਾ ਕਤਲ ਕਰਵਾ ਦਿੱਤਾ। ਲੋਕ ਸਹੀ ਕਹਿੰਦੇ ਆ ਕਿ ਇਨਸਾਨ ਸਵਾਰਥ ਵਿੱਚ ਅੰਨਾ ਹੋ ਜਾਂਦਾ। ਜੇ ਦਾਮਣੀ ਮੇਰੇ ਜੀਜਾ ਜੀ ਨਾਲ ਪਿਆਰ ਨਾਲ ਰਹਿੰਦੀ, ਉਹਨਾਂ ਦੀ ਬੇਟੀ ਨੂੰ ਆਪਣੀ ਬੇਟੀ ਸਮਝਦੀ, ਤਾਂ ਹੋ ਸਕਦਾ ਸੀ ਜੀਜਾ ਜੀ ਉਸਦੇ ਬੱਚਿਆਂ ਨੂੰ ਵੀ ਅਪਣਾ ਲੈਂਦੇ ਤੇ ਆਪਣੀ ਸਾਰੀ ਪ੍ਰਾਪਰਟੀ ਤਿੰਨਾਂ ਬੱਚਿਆਂ ਨੂੰ ਵੰਡ ਦਿੰਦੇ। ਪਰ ਦਾਮਣੀ ਨੂੰ ਤਾਂ ਸਿਰਫ ਆਪਣਾ ਤੇ ਆਪਣੇ ਬੱਚਿਆਂ ਦਾ ਹੀ ਫਾਇਦਾ ਨਜ਼ਰ ਆਉਂਦਾ ਸੀ, ਇਸ ਲਈ ਉਹ ਆਪਣੀ ਸਜ਼ਾ ਭੁਗਤ ਰਹੀ ਆ। ਇਸ ਗੱਲ ਨੂੰ ਕਾਫੀ ਸਮਾਂ ਹੋ ਗਿਆ। ਜਦੋਂ ਖੁਸ਼ੀ ਦੇ ਕਾਤਲਾਂ ਦਾ ਪਤਾ ਲੱਗ ਗਿਆ ਤਾਂ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਵਾਪਸ ਅਮਰੀਕਾ ਆਪਣੇ ਪਤੀ ਕੋਲ ਚਲੀ ਗਈ। ਮੇਰੇ ਪਤੀ ਨੂੰ ਮੇਰੇ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਸੀ, ਕਿਉਂਕਿ ਉਹਨਾਂ ਦੇ ਕਹਿਣ ਮੁਤਾਬਕ ਮੈਂ ਬਹੁਤ ਹਿੰਮਤ ਵਾਲਾ ਕੰਮ ਕੀਤਾ ਸੀ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਲਾਈਕ ਸ਼ੇਅਰ ਕਰਕੇ ਜ਼ਰੂਰ ਜਾਇਓ। ਜੇ ਚੈਨਲ ਤੇ ਕਹਾਣੀ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ, ਤਦ ਤੱਕ ਰੱਬ ਰਾਖਾ।